ਸਾਹਿਬ ਜੀ। ਸ੍ਰੀ ਨਾਨਕ ਪਦ ਪੰਕਜ ਬੰਦਨ, ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ੍ਰੀ ਅਰਜੁਨ ਬਿਘਨਨ ਕੇ ਨਾਸ਼ਕ, ਬਿਘਨਨ ਕੇ ਨਾਸ਼ਕ। ਹਰਿ ਗੋਬਿੰਦ ਸੁਭ ਸੁਮਤਿ ਪ੍ਰਕਾਸ਼ਕ, ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਮਿਸਾਲਾ, ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਓਦਦ, ਬੰਦੋਂ ਕਰ ਅਨੁ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕਉ ਬੰਦਨਾ, ਸਿਰ ਚਰਨਨ ਪਰਤਾਰ। ਏਕ ਓੰਕਾਰਾ ਸਤਿਗੁਰੂ, ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਜਬ ਸਹਿਜਾਦੇ ਭਾਖਿਓ ਸੋਈ, ਨੰਦ ਲਾਲ ਚਿਤਵਤ ਚਿਤ ਹੋਈ। ਤਤ ਛਿਨ ਕਰਿਓ ਮਾਏ ਨਾਨੀਕੇ, ਆਵਤ ਜੋ ਨਾ ਰਿਦੇ ਕਿਸ ਹੀ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਜੁਗੋ ਜੁਗਾ ਟਲ ਭਗਤ ਵਛਲ, ਛਤਰ ਚਾਵਰ ਤਖਤ ਦੇ ਮਾਲਕ ਸਤਿਗੁਰੂ, ਸਰਬ ਕਲਾ ਸਮਰੱਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਸਵਾਰੀ, ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡੇ ਭਾਗ ਹਨ। ਨੌਵੇਂ ਪਾਤਸ਼ਾਹ ਧਰਮ ਦੀ ਚਾਦਰ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਸਤਿਗੁਰਾਂ ਦੇ ਪਾਵਨ ਚਰਨ ਛੋਹ ਪ੍ਰਾਪਤ ਸਥਾਨ ਵਿਖੇ ਪਿਛਲੇ ਪਹਿਰ ਦੇ ਦੀਵਾਨਾਂ ਅੰਦਰ ਹਾਜ਼ਰੀਆਂ ਭਰ ਕੇ
ਸਰੀਰ ਸਵਾਸ ਆਪ ਜੀ ਸਫਲੇ ਬਣਾ ਰਹੇ ਹੋ। ਸਤਿਗੁਰਾਂ ਦੀ ਅਪਾਰ ਕਿਰਪਾ ਹੈ, ਸਤ ਸੰਗਤ ਵਿੱਚ ਜੁੜ ਬੈਠਣ ਦਾ ਇਹ ਸਮਾਂ ਬਖਸ਼ਿਸ਼ ਹੋਇਆ। ਕਾਦਰੇ ਹਰ ਕਾਰ ਗੁਰੂ ਗੋਬਿੰਦ ਸਿੰਘ, ਵੇਖ ਸਾਰਾ ਯਾਰ ਗੁਰੂ ਗੋਬਿੰਦ ਸਿੰਘ। ਕਲਗੀਧਰ ਪਿਤਾ ਅੰਮ੍ਰਿਤ ਕੇ ਦਾਤੇ, ਪੰਥ ਦੇ ਵਾਲੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਜੀਵਨ ਇਤਿਹਾਸ ਨੂੰ ਆਪ ਜੀ ਲੜੀਵਾਰ ਸਰਵਣ ਕਰ ਰਹੇ ਹੋ। ਭਾਈ ਸਾਹਿਬ ਭਾਈ ਨੰਦ ਲਾਲ ਜੀ, ਤਿਨਾਂ ਦੇ ਜੀਵਨ ਦੇ ਪ੍ਰਥਾਏ ਕਵੀ ਜੀ ਪਾਵਨ ਇਤਿਹਾਸ ਸਰਵਣ ਕਰਾ ਰਹੇ। ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਤਕਰੀਬਨ 1400 ਗਿਣਤੀ ਹੈ, ਜਿਹੜੇ ਕਿ ਬੜੇ ਆਲਮ ਫਾਜ਼ਲ ਵਿਦਵਾਨ ਉਹਨੇ ਆਪਣੇ ਦਰਬਾਰ ਵਿੱਚ ਰੱਖੇ ਹੋਏ। ਭਾਈ ਸਾਹਿਬ ਭਾਈ ਨੰਦ ਲਾਲ ਜੀ, ਜਿਨ੍ਹਾਂ ਦਾ ਜਨਮ ਅਫਗਾਨਿਸਤਾਨ ਦੇ ਸ਼ਹਿਰ ਗਜਨੀ ਵਿਖੇ 1633 ਈਸਵੀ ਨੂੰ ਹੋਇਆ। ਤਿਨਾਂ ਦੇ ਪਿਤਾ ਭਾਈ ਛੱਜੂ ਰਾਮ ਜੀ, ਜੋ ਕਿ ਪਹਿਲਾਂ ਮੁਲਤਾਨ ਰਹਿੰਦੇ ਸਨ, ਮੁਲਤਾਨ ਤੋਂ ਗਜਨੀ ਵਿਖੇ ਉੱਥੋਂ ਦਾ ਨਵਾਬ ਤਿਨਾਂ ਦੇ ਮੀਰ ਮੁਨਸ਼ੀ ਸਨ ਭਾਈ ਛੱਜੂ ਰਾਮ। ਔਰ ਇੱਥੇ ਹੀ ਭਾਈ ਨੰਦ ਲਾਲ ਜੀ, ਤਿਨਾਂ ਦੇ ਪਾਸੋਂ ਹੀ ਅਰਬੀ ਅਤੇ ਫਾਰਸੀ, ਹਿੰਦੀ ਔਰ ਪੰਜਾਬੀ ਦੀ ਜਿਹੜੀ ਵਿੱਦਿਆ ਹੈ, ਆਪਣੇ ਪਿਤਾ ਜੀ ਦੇ ਪਾਸੋਂ ਇਹਨਾਂ ਨੇ ਇਹ ਸਿੱਖਿਆ ਪ੍ਰਾਪਤ ਕੀਤੀ। ਜਦੋਂ 12 ਕੁ ਸਾਲ ਦੀ ਉਮਰ ਹੋਈ, ਬੜੀ ਸੁੰਦਰ ਕਵਿਤਾ ਭਾਈ ਸਾਹਿਬ ਭਾਈ ਨੰਦ ਲਾਲ ਜੀ ਉਚਾਰਨ ਕਰ ਲੈਂਦੇ ਸਨ, ਲਿਖਣ ਲੱਗ ਪਏ। ਅਰਬੀ ਅਤੇ ਫਾਰਸੀ ਭਾਸ਼ਾ ਦੇ ਬੜੇ ਚੰਗੇ ਵਿਦਵਾਨ ਕਵੀ ਬਣ ਗਏ। 17 ਕੁ ਸਾਲ ਦੀ ਉਮਰ ਹੋਈ, ਪਹਿਲਾਂ ਇਹਨਾਂ ਦੇ ਮਾਤਾ ਜੀ ਚਲਾਣਾ ਕਰ ਗਏ, ਬਾਅਦ ਦੇ ਵਿੱਚ ਪਿਤਾ ਜੀ ਵੀ ਅਕਾਲ ਚਲਾਣਾ ਕਰ ਗਏ ਔਰ ਭਾਈ ਨੰਦ ਲਾਲ ਜੀ ਮੁਲਤਾਨ ਵਿਖੇ ਆ ਕਰਕੇ ਰਹਿਣ ਲੱਗੇ। ਫਿਰ ਗਜਨੀ ਦੇ ਨਵਾਬ ਨੇ ਭਾਈ ਨੰਦ ਲਾਲ ਜੀ ਨੂੰ ਆਪਣੇ ਪਾਸ ਬੁਲਾਇਆ। ਪਿਤਾ ਜੀ ਦੀ ਤਰ੍ਹਾਂ ਇਹਨਾਂ ਨੂੰ ਮੀਰ ਮੁਨਸ਼ੀ ਦੀ ਜਿਹੜੀ ਨੌਕਰੀ ਹੈ ਉੱਥੇ ਉਹ ਦਿੱਤੀ ਗਈ, ਉੱਥੇ ਰੱਖ ਲਿਆ ਗਿਆ। ਕੁਝ ਸਮੇਂ ਬਾਅਦ ਮੁਲਤਾਨ ਵਿਖੇ ਆ ਕਰਕੇ ਇਹਨਾਂ ਦਾ ਵਿਵਾਹ ਗੁਰਸਿੱਖ ਘਰਾਣੇ ਦੇ ਨਾਲ ਹੋਇਆ, ਜਿਨ੍ਹਾਂ ਤੋਂ ਹਿਰਦੇ ਅੰਦਰ ਬੜੀ ਸ਼ਰਧਾ ਭਾਵਨਾ ਬਣੀ, ਗੁਰੂ ਘਰ ਦੇ ਨਾਲ ਜੁੜੇ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਦੇ ਪ੍ਰੇਮੀ ਬਣੇ। 12 ਕੁ ਸਾਲ ਦੀ ਉਮਰ ਦੇ ਵਿੱਚ ਜਦੋਂ ਭਾਈ ਨੰਦ ਲਾਲ ਜੀ ਨੂੰ ਇਹਨਾਂ ਦੇ ਪਿਤਾ ਜੀ ਵੱਲੋਂ, ਕਿਉਂਕਿ ਵੈਸ਼ਨਵ ਮੱਤ ਦੇ ਧਾਰਨੀ ਸਨ, ਧਾਰਮਿਕ ਪਰੰਪਰਾਵਾਂ ਦੇ ਅਨੁਸਾਰ ਇਹਨਾਂ ਦੇ ਗਲ ਦੇ ਵਿੱਚ ਜਦੋਂ ਇਹਨਾਂ ਦੇ ਪਰਿਵਾਰ ਦੇ ਨਾਲ ਜੋ ਸੰਬੰਧ ਰੱਖਦੇ ਸਨ, ਜਿਨ੍ਹਾਂ ਨੂੰ ਇਹ ਆਪਣਾ ਗੁਰੂ ਮੰਨਦੇ ਸਨ, ਉਹ ਆ ਕਰਕੇ ਜਦੋਂ ਇਹਨਾਂ ਦੇ ਗਲ ਵਿੱਚ ਕਾਠ ਦੀ ਬਣੀ ਹੋਈ ਮਾਲਾ ਪਾਉਣ ਲੱਗੇ, ਕੰਠੀ ਜਿਹਨੂੰ ਕਿਹਾ ਜਾਂਦਾ ਹੈ, ਭਾਈ ਨੰਦ ਲਾਲ ਜੀ ਨੇ ਮਨਾ ਕਰ ਦਿੱਤਾ ਕਿ ਧਰਮ ਮੈਂ ਉਦੋਂ ਧਾਰਨ ਕਰਾਂਗਾ ਜਦੋਂ ਮੈਨੂੰ ਅੰਦਰੋਂ ਸੋਝੀ ਆਏਗੀ। ਮੈਂ ਆਪਣੇ ਆਪ ਆਪਣੀ ਸੁਰਤ ਦੇ ਦੁਆਰਾ ਆਪਣੇ ਗੁਰੂ ਦੀ ਚੋਣ ਕਰਾਂਗਾ। ਮਨਾ ਕਰ ਦਿੱਤਾ ਕੰਠੀ ਪਾਉਣ ਤੋਂ ਕਿ ਜ਼ਬਰਦਸਤੀ ਮੈਂ ਇਹ ਕੰਠੀ ਆਪਣੇ ਗਲ ਵਿੱਚ ਨਹੀਂ ਪਾਉਣੀ, ਇਸ ਤਰ੍ਹਾਂ ਇਹ ਧਰਮ ਜਿਹੜਾ ਹੈ ਮੈਂ ਧਾਰਨ ਨਹੀਂ ਕਰ ਸਕਦਾ। ਔਰ ਫਿਰ ਆਗਰੇ ਵਿਖੇ ਭਾਈ ਨੰਦ ਲਾਲ ਜੀ ਮੀਰ ਮੁਨਸ਼ੀ ਦੀ ਨੌਕਰੀ ਇਹਨਾਂ ਨੂੰ ਇੱਥੇ ਦਿੱਤੀ ਗਈ। ਸਹਿਜਾਦਾ ਮੁਅੱਜ਼ਮ ਨੂੰ ਤਾਲੀਮ ਦਿਆ ਕਰਦੇ, ਉਹਨਾਂ ਨੂੰ ਪੜ੍ਹਾਇਆ ਕਰਦੇ। ਔਰ ਇੱਥੋਂ ਦਾ ਜਿਹੜਾ ਦਰੋਗਾ ਸੀ ਭਾਈ ਨੰਦ ਲਾਲ ਜੀ ਦਾ ਬੜਾ ਪ੍ਰੇਮੀ ਸੀ।
ਜਦੋਂ ਦੋਨਾਂ ਨੂੰ ਸਮਾਂ ਬਣਦਾ ਇਕਾਂਤ ਵਿੱਚ ਬੈਠਦੇ ਅਧਿਆਤਮ ਮਾਰਗ ਦੀਆਂ ਗੱਲਾਂ ਬਾਤਾਂ ਕਰਿਆ ਕਰਦੇ। ਬੜੇ ਪ੍ਰੇਮ ਨਾਲ ਆਪਸੀ ਜਿਹੜਾ ਪਿਆਰ ਸੀ ਦੋਨਾਂ ਦਾ, ਭਾਈ ਨੰਦ ਲਾਲ ਜੀ ਔਰ ਦਰੋਗੇ ਦਾ ਬੜਾ ਪ੍ਰੇਮ ਬਣਿਆ। ਇੱਕ ਦਿਨ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਸਾਰੇ ਵਿਦਵਾਨ ਬੈਠੇ ਹਨ। ਕੁਰਾਨ ਸ਼ਰੀਫ ਦੀ ਇੱਕ ਆਇਤ ਦੇ ਜੋ ਅਰਥ ਹਨ ਉਹਦੇ ਬਾਰੇ ਵਿਚਾਰ ਚਰਚਾ ਹੋ ਰਹੀ। ਔਰੰਗਜ਼ੇਬ ਨੇ ਜਦੋਂ ਇਹ ਅਰਥ ਸੁਣੇ ਉਹਨਾਂ ਦੇ ਮਨ ਨੂੰ ਇਹ ਵਿਚਾਰ ਚੰਗੀ ਨਹੀਂ ਲੱਗੀ, ਕਿਉਂਕਿ ਆਪੋ ਆਪਣੀ ਬੁੱਧ ਦੇ ਅਨੁਸਾਰ ਜਿਹੜੇ ਕਵੀ ਸਨ, ਜਿਹੜੇ ਉਹਨਾਂ ਦੇ ਧਰਮ ਦੇ ਵਿਦਵਾਨ ਸਨ, ਆਪੋ ਆਪਣੀ ਬੁੱਧੀ ਅਨੁਸਾਰ ਅਰਥ ਕਰਕੇ ਸਰਵਣ ਕਰਾ ਰਹੇ। ਇਹਨੇ ਨੂੰ ਸਹਿਜਾਦਾ ਮੁਅੱਜ਼ਮ ਵੀ ਸਭਾ ਦੇ ਵਿੱਚ ਆਇਆ। ਔਰੰਗਜ਼ੇਬ ਕਹਿਣ ਲੱਗਿਆ ਵੀ ਤੂੰ ਵੀ ਆਪਣੇ ਆਪ ਨੂੰ ਵਿਦਵਾਨ ਸਮਝਦਾ ਹੈ, ਬੜੀ ਸਿਆਣਪ ਹੈ ਤੇਰੇ ਅੰਦਰ, ਤੂੰ ਵੀ ਮੈਨੂੰ ਇਸ ਆਇਤ ਦੇ ਅਰਥ ਕਰਕੇ ਸੁਣਾਉਣਾ ਕਰ। ਸਹਿਜਾਦਾ ਮੁਅੱਜ਼ਮ ਨੇ ਜਦੋਂ ਦੇਖਿਆ, ਮਨ ਦੇ ਵਿੱਚ ਵਿਚਾਰ ਕੀਤੀ ਕਿ ਇਸ ਤਰ੍ਹਾਂ ਮੈਂ ਇਹਦੇ ਅਰਥ ਸ਼ਾਇਦ ਨਾ ਕਰ ਸਕਾਂ। ਉਹਨੇ ਆਪਣੇ ਪਿਤਾ ਤੋਂ ਸਮਾਂ ਮੰਗਿਆ ਕਿ ਪਿਤਾ ਜੀ ਮੈਨੂੰ ਸਮਾਂ ਦਿਓ, ਸ਼ਾਮਾਂ ਦੇ ਦੀਵਾਨ ਦੇ ਵਿੱਚ ਇਹਦੇ ਮੈਂ ਅਰਥ ਕਰਕੇ ਆਪ ਜੀ ਨੂੰ ਸੁਣਾਵਾਂਗਾ। ਸਹਿਜਾਦਾ ਮੁਅੱਜ਼ਮ ਜਿਹੜੇ ਬਾਅਦ ਦੇ ਵਿੱਚ ਬਾਦਸ਼ਾਹ ਬਹਾਦਰ ਸਾਹਿਬ ਬਣੇ ਔਰ ਜਦੋਂ ਵਾਪਸ ਆਪਣੇ ਘਰ ਵਿੱਚ ਆਏ, ਆਪਣੇ ਆਸਣ 'ਤੇ ਆਏ, ਮਨ ਦੇ ਵਿੱਚ ਬੜੀ ਚਿੰਤਾ ਹੈ, ਫਿਕਰ ਹੈ। ਭਾਈ ਨੰਦ ਲਾਲ ਸਾਹਿਬ ਜੀ ਦੇਖਦੇ ਹਨ, ਜਦੋਂ ਇਹਨਾਂ ਦਾ ਚਿਹਰਾ ਪੜ੍ਹਿਆ ਤਾਂ ਇਹਨਾਂ ਨੇ ਸ਼ਹਿਜ਼ਾਦਾ ਮੁਅੱਜ਼ਮ ਨੂੰ ਪੁੱਛਿਆ ਵੀ ਕੀ ਕਾਰਨ ਹੈ, ਅੱਜ ਚਿਹਰੇ ਦਾ ਰੰਗ ਜਿਹੜਾ ਹੈ ਉਹ ਬਦਲਿਆ ਹੋਇਆ ਲੱਗਦਾ ਹੈ। ਸ਼ਹਿਜ਼ਾਦਾ ਮੁਅੱਜ਼ਮ ਕਹਿਣ ਲੱਗਿਆ ਜੋ ਸਭਾ ਦੇ ਵਿੱਚ ਵਿਚਾਰ ਚਰਚਾ ਹੋਈ ਉਹਦੇ ਬਾਰੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੂੰ ਦੱਸਿਆ ਕਿ ਆਹ ਜੋ ਆਇਤ ਹੈ ਇਹਦੇ ਅਰਥ ਜਿਹੜੇ ਹਨ ਮੈਂ ਸ਼ਾਮ ਦੀ ਸਭਾ ਦੇ ਵਿੱਚ ਪਿਤਾ ਜੀ ਨੂੰ ਕਰਕੇ ਸੁਣਾਉਣੇ, ਔਰ ਇਸੇ ਕਰਕੇ ਮੇਰਾ ਮਨ ਜਿਹੜਾ ਹੈ ਉਹ ਚਿੰਤਾਤੁਰ ਹੈ। ਜਿਵੇਂ ਭਾਈ ਨੰਦ ਲਾਲ ਸਾਹਿਬ ਜੀ ਉਸ ਆਇਤ ਦੇ ਅਰਥ ਸਹਿਜਾਦਾ ਮੁਅੱਜ਼ਮ ਨੂੰ ਸਰਵਣ ਕਰਾਉਂਦੇ ਨੇ ਔਰ ਸਹਿਜਾਦਾ ਮੁਅੱਜ਼ਮ ਫਿਰ ਸਭਾ ਦੇ ਵਿੱਚ ਆ ਕਰਕੇ ਬੜੀ ਬਾਖੂਬੀ ਦੇ ਨਾਲ, ਹਿੰਮਤ ਔਰ ਦ੍ਰਿੜਤਾ ਦੇ ਨਾਲ ਸਭਾ ਦੇ ਵਿੱਚ ਉਸ ਆਇਤ ਦੇ ਅਰਥ ਸਰਵਣ ਕਰਾਉਂਦਾ ਹੈ। ਉਹ ਵਿਚਾਰ ਭਾਈ ਸਾਹਿਬ ਭਾਈ ਕਵੀਰਾਜ ਸੰਤੋਖ ਸਿੰਘ ਜੀ ਸਰਵਣ ਕਰਾ ਰਹੇ ਨੇ। ਆਓ ਸਾਧ ਸੰਗਤ, ਜਿੰਨਾ ਸਮਾਂ ਸਤਿਗੁਰੂ ਜੀ ਬਖਸ਼ਿਸ਼ ਕਰਦੇ, ਜਿਉਂ ਬੁਲਾਵੇ ਤਿਉਂ ਬੋਲੇ ਸੁਆਮੀ, ਕੁਦਰਤ ਕਵਨ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ, ਰਸਨਾ ਔਰ ਮੁਖ ਦੀ ਪਵਿੱਤਰਤਾ ਲਈ ਆਖਣਾ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ ਚੌਪਈ। ਜਬ ਸਹਿਜਾਦੇ ਭਾਖਿਓ ਸੋਈ। ਭਾਈ ਨੰਦ ਲਾਲ ਸਾਹਿਬ ਜੀ ਨੂੰ ਸ਼ਹਿਜ਼ਾਦਾ ਮੁਅੱਜ਼ਮ ਨੇ ਜਿਵੇਂ ਆਖ ਕਰਕੇ ਸੁਣਾਇਆ ਹੈ। ਨੰਦ ਲਾਲ ਚਿਤਵਤ ਚਿਤ ਹੋਈ। ਭਾਈ ਨੰਦ ਲਾਲ ਜੀ ਮਨ ਵਿੱਚ ਵਿਚਾਰ ਕਰਕੇ ਤਤ ਛਿਨ ਕਰਿਓ ਮਾਇ ਨਾ ਨੀਕੇ। ਬੜੀ ਸੁੰਦਰਤਾ ਦੇ ਨਾਲ ਬਾਖੂਬੀ ਉਹ ਅਰਥ ਜਿਹੜੇ ਹਨ ਸਹਿਜ਼ਾਦਾ ਮੁਅੱਜ਼ਮ ਨੂੰ ਸੁਣਾਏ ਹਨ। ਆਵਤ ਜੋ ਨਾ ਹਿਰਦੇ ਕਿਸ ਹੀ ਕੇ। ਐਸੀ ਵਿਚਾਰ ਜਿਹੜੀ ਕਿਸੇ ਦੇ ਹਿਰਦੇ ਵਿੱਚ ਨਹੀਂ ਆ ਸਕਦੀ, ਕਿਉਂਕਿ ਬੜੀ ਅਗੰਮਤਾ ਦੇ ਨਾਲ ਜਿਹੜੇ ਅਧਿਆਤਮ ਮਾਰਗ ਦੇ ਪਾਂਧੀ ਹੁੰਦੇ ਉਹਨਾਂ ਦੇ ਹਿਰਦੇ ਅੰਦਰ ਇਹ ਜਿਹੜੀ ਵਿਚਾਰ ਹੈ ਉਹਨਾਂ ਨੂੰ ਹੀ ਫੁਰਦੀ, ਔਰ ਬੜੀ ਸੂਝ-ਬੂਝ ਦੇ ਨਾਲ ਐਸੀ ਅਗੰਮੀ ਵਿਚਾਰ ਜਿਸ ਕਿਸੇ ਦੇ ਹਿਰਦੇ ਵਿੱਚ ਨਹੀਂ ਆ ਸਕਦੀ
ਭਾਈ ਨੰਦ ਲਾਲ ਜੀ ਨੇ ਸਰਵਣ ਕਰਾਈ ਹੈ। ਸੁਨ ਕਰ ਬਹੁਤ ਆਨੰਦਿਤ ਹੋਵਾ। ਸਹਿਜਾਦਾ ਸੁਣ ਕਰਕੇ ਬੜਾ ਆਨੰਦਿਤ ਹੋਇਆ ਹੈ। ਅਤ ਦਾਨਸ਼ਵੰਦ ਸਭ ਤੇ ਜੋਵਾ। ਔਰ ਭਾਈ ਨੰਦ ਲਾਲ ਜੀ ਸਭਨਾਂ ਤੋਂ ਸਿਆਣੇ ਹਨ, ਬੜੇ ਦਾਨਸ਼ਵੰਦ ਸਿਆਣੇ, ਬੜੀ ਸੂਝ-ਬੂਝ ਰੱਖਣ ਵਾਲੇ ਹਨ। ਕਰੀ ਸਰਫਰਾਜ਼ੀ ਤਿਸ ਕਾਲਾ। ਔਰ ਉਸੇ ਤਰ੍ਹਾਂ ਭਾਈ ਨੰਦ ਲਾਲ ਜੀ ਤੋਂ ਜਿਵੇਂ ਪੜ੍ਹਿਆ ਹੈ ਆ ਕਰਕੇ ਜਿਵੇਂ ਸ਼ਹਿਜ਼ਾਦਾ ਸਭਾ ਦੇ ਵਿੱਚ ਫਿਰ ਸਰਵਣ ਕਰਾਉਂਦਾ ਔਰ ਭਾਈ ਨੰਦ ਲਾਲ ਜੀ ਨੂੰ ਨਮਸਕਾਰ ਕਰਦਿਆਂ ਆਪਣੀ ਸਭਾ ਦੇ ਵਿੱਚ ਆਪਣੇ ਪਿਤਾ ਜੀ ਦੇ ਪਾਸ ਚੱਲ ਕਰਕੇ ਆਉਂਦੇ ਹਨ। ਖੁਸ਼ ਹੋਏ ਦੀਨ ਸਖਿਲਤ ਬਿਸਾਲਾ। ਔਰ ਖੁਸ਼ ਹੋ ਕਰਕੇ ਜਿਵੇਂ ਹੀ ਸਹਿਜਾਦਾ ਮੁਅੱਜ਼ਮ ਨੇ ਫਿਰ ਅਰਥ ਕਰਕੇ ਸੁਣਾਏ, ਔਰੰਗਜ਼ੇਬ ਦੀ ਸਭਾ ਦੇ ਵਿੱਚ ਖੁਸ਼ ਹੋ ਕਰਕੇ ਆਪਣੇ ਪੁੱਤਰ ਨੂੰ ਖਿਲਤ ਦਿੱਤੀ, ਪੁਸ਼ਾਕ ਦਿੱਤੀ ਹੈ। ਭਈ ਸਿਪਹਿਰੀ ਗਇਓ ਸਜਾਦਾ। ਸਹਿਜਾਦਾ ਚੱਲ ਕਰਕੇ ਸਭਾ ਦੇ ਵਿੱਚ ਆਇਆ ਹੈ। ਬੈਠਿਓ ਜਾਏ ਮਹਿਦ ਅਹਿਲਾਦਾ। ਜਾ ਕਰਕੇ ਸਭਾ ਦੇ ਵਿੱਚ ਜਿੱਥੇ ਜਿੱਥੇ ਵਿਦਵਾਨ ਬੈਠੇ ਸਨ, ਸਹਿਜਾਦਾ ਮੁਅੱਜ਼ਮ ਵੀ ਬੈਠਾ ਹੈ। ਪਦਰ ਮੁਲਾਨੇ ਅਨੇਕ ਮਝਾਰ। ਜਿੱਥੇ ਔਰੰਗਜ਼ੇਬ ਬੈਠਾ ਸਹਿਜਾਦੇ ਦਾ ਪਿਤਾ, ਔਰ ਉੱਥੇ ਅਨੇਕਾਂ ਹੀ ਮੌਲਾਨੇ ਵਿਦਵਾਨ ਬੈਠੇ ਹਨ। ਬੈਠੇ ਕਰਤ ਉਚਾਰ ਵਿਚਾਰ। ਆਪਣੀ ਆਪਣੀ ਬੁੱਧੀ ਦੇ ਅਨੁਸਾਰ ਸੁੰਦਰ ਵਿਚਾਰ ਜਿਹੜੀ ਹੈ ਉਹ ਪੇਸ਼ ਕਰਦੇ ਹਨ। ਸੁਣਿਓ ਮਾਇਨਾ ਇਨਹੁ ਬਖਾਨਾ। ਜਦੋਂ ਆਪਣੀ ਆਪਣੀ ਵਿਚਾਰ ਰੱਖੀ ਹੈ, ਇਧਰੋਂ ਸਹਿਜਾਦਾ ਮੁਅੱਜ਼ਮ ਵੀ ਆਪਣੇ ਵੱਲੋਂ ਵਿਚਾਰ ਰੱਖਦੇ ਹਨ। ਤੋ ਨੋ ਰੰਗ ਮਨ ਮਹਿ ਬਿਸਮਾਨਾ। ਸਹਿਜਾਦੇ ਵੱਲੋਂ ਵਿਚਾਰ ਸੁਣ ਕੇ ਨਰੰਗਾ ਮਨ ਦੇ ਵਿੱਚ ਬੜਾ ਬਿਸਮਾਦ ਵਿੱਚ ਆਇਆ, ਹੈਰਾਨ ਹੋਇਆ ਹੈ। ਇਸ ਮੈਂ ਅਕਲ ਨ ਈਤੀ ਆਹੈ। ਸੋਚਦਾ ਹੈ ਕਿ ਇੰਨਾ ਬੁੱਧੀਵਾਨ ਤਾਂ ਨਹੀਂ ਹੈ ਸਹਿਜਾਦਾ, ਕਿਉਂਕਿ ਪਿਤਾ ਨੂੰ ਪਤਾ ਹੁੰਦਾ ਆਪਣੇ ਪੁੱਤਰ ਦਾ ਵੀ ਕਿੰਨੇ ਕੁ ਪਾਣੀ ਦੇ ਵਿੱਚ ਹੈ। ਮਨ ਦੇ ਵਿੱਚ ਵਿਚਾਰ ਕਰਦਾ, ਹੈਰਾਨ ਵੀ ਹੁੰਦਾ ਵੀ ਇੰਨੀ ਅਕਲ, ਇੰਨਾ ਸਿਆਣਾ ਤਾਂ ਨਹੀਂ ਹੈ ਸਹਿਜਾਦਾ। ਜਥਾ ਬਨਾਏ ਬਦਨ ਤੇ ਕਹੈ। ਜਿਵੇਂ ਬੜੀ ਸੁੰਦਰਤਾ ਦੇ ਨਾਲ ਆਪਣੇ ਮੁਖ ਤੋਂ ਇਹ ਵਿਚਾਰ ਇਹਨੇ ਉਚਾਰਨ ਕੀਤੀ ਹੈ। ਦਾਨਸ਼ਵੰਦ ਜਿਤਿਕ ਸੋ ਜਾਨੋ। ਜਿੰਨਾ ਕੇ ਦਾਨਸ਼ਵੰਦ ਹੈ, ਜਿੰਨਾ ਕੋ ਸਿਆਣਾ ਹੈ, ਮੈਂ ਜਾਣਦਾ ਹਾਂ। ਇਤੀ ਸਮਝ ਇਸ ਮੈਂ ਨ ਪਛਾਨੋ। ਔਰ ਨਰੰਗੇ ਨੇ ਪਹਿਚਾਣਿਆ ਕਿ ਇੰਨਾ ਗਿਆਨ ਹਜੇ ਦੇ ਪਾਸ ਨਹੀਂ ਹੈ। ਇਮ ਵਿਚਾਰ ਨੋ ਰੰਗ ਨੇ ਕਹਿਓ। ਇਸ ਤਰ੍ਹਾਂ ਵਿਚਾਰ ਕਰਕੇ ਫਿਰ ਨਰੰਗਾ ਪੁੱਛਦਾ ਹੈ, ਇਹ ਆਪਣੀ ਬੁੱਧ ਤੇ ਕਰ ਲਹਿਓ। ਕੀ ਤੈਂ ਇਹ ਜੋ ਵਿਚਾਰ ਹੈ ਆਪਣੀ ਬੁੱਧੀ ਅਨੁਸਾਰ ਕੀਤੀ ਹੈ ਜਾਂ ਫਿਰ ਕਿਸੇ ਨੇ ਤੈਨੂੰ ਪੜ੍ਹਾਇਆ ਹੈ? ਨਰੰਗਾ ਪੁੱਛਣ ਲੱਗਿਆ ਕਿ ਤੇਰੀ ਆਪਣੀ ਮਤ ਹੈ, ਆਪਣੀ ਬੁੱਧੀ ਅਨੁਸਾਰ ਇਹ ਵਿਚਾਰ ਜੋ ਤੂੰ ਅਰਥ ਕੀਤੇ ਹਨ ਤੇਰੇ ਹਨ, ਕਿਤੋਂ ਅਪਰਨੇ ਤੋਹੇ ਬਤਾਵਾ। ਜਾਂ ਫਿਰ ਕਿਸੇ ਦੂਸਰੇ ਨੇ ਤੈਨੂੰ ਦੱਸਿਆ ਹੈ, ਤੈਨੂੰ ਪੜ੍ਹਾਇਆ ਹੋਵੇ। ਠੀਕ ਮਾਇਨਾ ਨੀਕ ਅਲਾਵਾ। ਬੜਾ ਸੁੰਦਰ ਠੀਕ ਜਿਹੜੇ ਮਾਇਨੇ ਹਨ ਤੂੰ ਕਰਕੇ ਦੱਸੇ ਹਨ। ਕਹਿਓ ਸਜਾਦੇ ਮੈਂ ਨਹਿ ਚੀਨਾ। ਸਹਿਜਾਦਾ ਕਹਿਣ ਲੱਗਿਆ ਵੀ ਪਿਤਾ ਜੀ ਮੈਂ ਨਹੀਂ ਸੀ ਜਾਣਦਾ। ਬੜੀ ਸਿਆਣਪ ਹੈ ਇਹਦੇ ਵਿੱਚ। ਆਮ ਤੌਰ 'ਤੇ ਕਈ ਜਿਹੜੇ ਅਜੋਕੇ ਕਵੀ ਬਣਨਾ ਚਾਹੁੰਦੇ, ਦੂਸਰੇ ਕਵੀਆਂ ਦੀ ਲਿਖਤ ਲੈ ਕਰਕੇ ਉਹਨਾਂ ਨੇ ਆਪਣਾ ਨਾਮ ਵਿੱਚ ਦਰਜ ਕਰ ਦੇਣਾ, ਔਰ ਕਈਆਂ ਨੇ ਕਿਸੇ ਆਮ ਵਿਅਕਤੀ ਤੋਂ ਸਧਾਰਨ, ਭਾਵੇਂ ਉਹਦੇ ਵਿੱਚ ਵਿਦਵਤਾ ਹੈ ਪਰ ਇੰਨੀ ਸਮਰੱਥਾ ਨਹੀਂ ਹੁੰਦੀ
ਕਿਸੇ ਚੰਗੇ ਕਲਾਕਾਰ ਨੂੰ ਉਹਨੇ ਆਪਣਾ ਗੀਤ ਦੇ ਦਿੱਤਾ, ਤਾਂ ਕਲਾਕਾਰ ਨੇ ਜਦੋਂ ਗੀਤ ਗਾਇਨ ਕਰਨਾ ਹੈ ਫਿਰ ਉਹਦਾ ਨਾਮ ਨਹੀਂ ਲੈਣਾ ਵਿੱਚ ਉਹਨੇ ਆਪਣਾ ਨਾਮ ਦਰਜ ਕਰ ਦੇਣਾ। ਪੁਰਾਣੀਆਂ ਕਵਿਤਾਵਾਂ ਸ਼ਿਵ ਕੁਮਾਰ ਬਟਾਲਵੀ ਜੀ ਹੋਰ ਅਨੇਕਾਂ ਹੀ ਕਵੀਆਂ ਦੀਆਂ ਲੈ ਕਰਕੇ ਵਿੱਚ ਆਪਣਾ ਨਾਮ ਦਰਜ ਕਰਕੇ ਅੱਜ ਕੱਲ੍ਹ ਦੇ ਜਿਹੜੇ ਕਵੀ ਨੇ ਜਿਨ੍ਹਾਂ ਦੇ ਮਨ ਵਿੱਚੋਂ ਪ੍ਰਸਿੱਧੀ ਹਾਸਲ ਕਰਨ ਦੀ ਜਿਹੜੀ ਹੈ ਦੌੜ ਹੁੰਦੀ। ਪਰ ਇੱਥੇ ਸਹਿਜਾਦੇ ਨੂੰ ਜਦੋਂ ਪੁੱਛਿਆ, ਔਰੰਗਜ਼ੇਬ ਦੇ ਪੁੱਛਣ 'ਤੇ ਸਹਿਜਾਦਾ ਕਹਿਣ ਲੱਗਿਆ ਵੀ ਪਿਤਾ ਜੀ ਇਹ ਅਰਥ ਮੇਰੇ ਨਹੀਂ ਕੀਤੇ ਹੋਏ, ਮੇਰੇ ਵਿੱਚ ਇੰਨੀ ਸਿਆਣਪ ਨਹੀਂ ਹੈ। ਮੋਹਿ ਨਿਕਟ ਇਕ ਰਹਿਤ ਪ੍ਰਬੀਨਾ, ਮੇਰੇ ਪਾਸ ਜੋ ਬਹੁਤ ਹੀ ਸਿਆਣੇ ਮੀਰ ਮੁਨਸ਼ੀ ਜੀ ਰਹਿੰਦੇ ਹਨ। ਅਹੈ ਮੀਰ ਮੁਨਸ਼ੀ ਦਾਨਾਏ, ਬੜੇ ਦਾਨਾਏ, ਬੜੇ ਸਿਆਣੇ ਦਾਨਸ਼ਵੰਦ ਮੀਰ ਮੁਨਸ਼ੀ ਜੋ ਹਨ। ਤਾਹੇ ਮਾਇਨਾ ਦਿਓ ਬਤਾਏ, ਇਹ ਅਰਥ ਮੈਨੂੰ ਉਹਨਾਂ ਨੇ ਦੱਸੇ ਹਨ। ਸੁਨਤ ਸ਼ਾਹ ਮਨ ਮੈਂ ਹਰ ਖਾਵਾ, ਸੁਣ ਕਰਕੇ ਬਾਦਸ਼ਾਹ ਮਨ ਵਿੱਚ ਬੜਾ ਖੁਸ਼ ਹੋਇਆ ਹੈ। ਸੰਗ ਸਜਾਦੇ ਬਾਗ ਅਲਾਵਾ, ਔਰ ਆਪਣੇ ਪੁੱਤਰ ਨੂੰ ਕਹਿਣ ਲੱਗਿਆ ਹੈ। ਨਿਕਟ ਹਕਾਰ ਦਿਖਾਵੋ ਮੋਹੀ, ਬਾਦਸ਼ਾਹ ਕਹਿੰਦਾ ਵੀ ਮੇਰੇ ਪਾਸ ਉਹਨਾਂ ਨੂੰ ਬੁਲਾ ਕੇ ਲੈ ਕੇ ਆ, ਮੈਂ ਉਹਨਾਂ ਨੂੰ ਦੇਖਣਾ ਕਰਾਂ, ਦਰਸ਼ਨ ਕਰਾਂ। ਅਕਲ ਕਮਾਲ ਰਿਦੇ ਮੋਹੀ, ਇੰਨੀ ਕਮਾਲ ਦੀ ਅਕਲ ਹੈ ਉਹਨਾਂ ਦੇ ਪਾਸ, ਇੰਨੀ ਵਿਦਵਤਾ ਹੈ ਜਿਨ੍ਹਾਂ ਦੇ ਕੋਲ, ਮੈਂ ਵੀ ਤਾਂ ਦੇਖਾਂ ਐਸੇ ਕੌਣ ਵਿਅਕਤੀ ਹਨ। ਨੰਦ ਲਾਲ ਕੋ ਲੀਨ ਬੁਲਾਈ, ਭਾਈ ਨੰਦ ਲਾਲ ਸਾਹਿਬ ਜੀ ਨੂੰ ਬੁਲਾਇਆ ਹੈ ਸਭਾ ਦੇ ਵਿੱਚ। ਲਖ ਹਿੰਦੂ ਕੋ ਸ਼ਿਦਤ ਉਠਾਈ, ਦੇਖਿਆ ਪਹਿਰਾਵਾ ਭਾਈ ਨੰਦ ਲਾਲ ਜੀ ਦਾ ਵੀ, ਇਹ ਤਾਂ ਹਿੰਦੂ ਹਨ। ਕਰ ਸਲਾਮ ਇਹੋ ਠੰਡੋ ਰਹਿਓ, ਔਰ ਭਾਈ ਨੰਦ ਲਾਲ ਜੀ ਨੇ ਜਾ ਕਰਕੇ ਸਲਾਮ ਕੀਤੀ ਹੈ, ਸਭਾ ਦੇ ਵਿੱਚ ਖੜੇ ਹੋਏ ਹਨ। ਸਦਾ ਆਫਰੀ ਹਜ਼ਰਤ ਕਹਿਓ, ਸਦਾ ਆਫਰੀ ਕਿਹਾ ਔਰੰਗਜ਼ੇਬ ਨੇ, 100 ਵਾਰ ਤੈਨੂੰ ਸ਼ਾਬਾਸ਼। ਬਾਰ-ਬਾਰ ਔਰੰਗਜ਼ੇਬ ਨੇ ਸ਼ਾਬਾਸ਼ ਸ਼ਾਬਾਸ਼ ਕਿਹਾ ਹੈ ਭਾਈ ਨੰਦ ਲਾਲ ਜੀ ਨੂੰ ਵੀ। ਇੰਨੇ ਬੜੇ ਸੁੰਦਰ ਅਰਥ ਜਿਹੜੇ ਹਨ ਉਹ ਤੁਸੀਂ ਸਹਿਜਾਦਾ ਮੁਅੱਜ਼ਮ ਨੂੰ ਪੜ੍ਹਾਏ ਹਨ। ਹੁਣ ਡੇਰੇ ਕੋ ਚੱਲ ਕਰ ਆਇਓ, ਫਿਰ ਭਾਈ ਨੰਦ ਲਾਲ ਜੀ ਵਾਪਸ ਆਪਣੇ ਅਸਥਾਨ ਤੇ ਚੱਲ ਕਰਕੇ ਆਏ ਹਨ। ਸੰਗ ਸਜਾਦੇ ਸ਼ਾਹ ਅਲਾਇਓ, ਔਰ ਫਿਰ ਬਾਦਸ਼ਾਹ ਨੇ ਆਪਣੇ ਪੁੱਤਰ ਨੂੰ ਬੁਲਾਇਆ ਹੈ। ਇਹ ਤੋ ਹਿੰਦੂ ਹੈ ਮਤਵੰਦਾ, ਇਹ ਤਾਂ ਹਿੰਦੂ ਹੈ ਪਰ ਸੂਝ-ਬੂਝ ਬਹੁਤ ਹੈ, ਸਿਆਣਪ ਬੜੀ ਹੈ ਇਹਨਾਂ ਦੇ ਪਾਸ। ਹੈ ਅਨੀਤ ਮੁਝ ਨਹੀਂ ਸੁਹੰਦਾ, ਪਰ ਇਹ ਸਾਡੀ ਸ਼ਰ੍ਹਾ ਦੇ ਉਲਟ ਹੈ, ਇਹ ਨੀਤੀ ਚੰਗੀ ਨਹੀਂ ਹੈ, ਇਹ ਅਨੀਤ ਹੈ। ਇਸ ਕਰਕੇ ਮੈਨੂੰ ਇਹ ਗੱਲ ਭਾਉਂਦੀ ਨਹੀਂ ਹੈ। ਦੀਨ ਬਿਖੈ ਇਸ ਕੋਲੇ ਆਵੋ, ਇਹਨਾਂ ਨੂੰ ਸਾਡੇ ਦੀਨ ਵਿੱਚ, ਸਾਡੇ ਧਰਮ ਵਿੱਚ ਲੈ ਕੇ ਆਉਣਾ ਕਰੋ। ਜਿਉ ਕਿਉ ਕਰਨੀ ਕੇ ਸਮਝਾਵੋ, ਜਿਵੇਂ ਕਿਵੇਂ ਤੁਸੀਂ ਇਹਨਾਂ ਨੂੰ ਸਮਝਾਉਣਾ ਕਰੋ। ਆਪਣੇ ਪੁੱਤਰ ਨੂੰ ਕਹਿੰਦਾ ਹੈ ਨਰੰਗਾ ਕਿ ਇਹਨਾਂ ਨੂੰ ਮੁਸਲਮਾਨ ਬਣਾਓ, ਜਿਵੇਂ ਕਿਵੇਂ ਇਹਨਾਂ ਨੂੰ ਸਮਝਾ ਕਰਕੇ। ਅਸਨਰ ਦੀਨ ਬਿਖੈ ਜਬ ਹੋਏ, ਐਸਾ ਵਿਅਕਤੀ ਜਦੋਂ ਸਾਡੇ ਧਰਮ ਵਿੱਚ ਹੋਵੇਗਾ, ਚਲੇ ਸ਼ਰ੍ਹਾ ਮਹਿ ਸਭ ਹੀ ਕੋਏ, ਔਰ ਸਾਰੇ ਹੀ ਸੁਤਾ ਸਦ ਦੂਸਰੇ ਜਿਹੜੇ ਹਿੰਦੂ ਹਨ ਸੁਤੇ ਸਿੱਧੀ ਉਹਨਾਂ ਨੇ ਇਸਲਾਮ ਧਰਮ ਜਿਹੜਾ ਕਬੂਲ ਕਰ ਲੈਣਾ ਹੈ। ਹਿੰਦੁਨ ਮਹਿਮਤ ਵੰਦ ਨ ਚਾਹੀਏ ਹੈ, ਹਿੰਦੂਆਂ ਦੇ ਵਿੱਚ ਐਸਾ ਵਿਦਵਾਨ ਨਹੀਂ ਚਾਹੀਦਾ। ਕਰਹਿ ਧਰਮ ਦ੍ਰਿੜ ਤਿਨ ਕੋ ਲਹੀਐ ਹੈ, ਔਰ ਇਹ ਫਿਰ ਆਪਣਾ ਧਰਮ ਉਹਨਾਂ ਨੂੰ ਦ੍ਰਿੜ ਕਰਾਵੇਗਾ। ਤੁਰਕ ਦੀਨ ਮੈਂ ਜਬ ਅਸ ਆਵੇ, ਜਦੋਂ
ਤੁਰਕਾਂ ਦੇ ਧਰਮ ਵਿੱਚ ਐਸਾ ਵਿਅਕਤੀ ਆ ਜਾਂਦਾ ਹੈ। ਨੀਕੇ ਵਿਦ ਕਰ ਸ਼ਰਬ ਧਾਵੈ। ਚੰਗੀ ਤਰ੍ਹਾਂ ਭਲੀ ਪ੍ਰਕਾਰ ਫਿਰ ਸਾਡੀ ਸ਼ਰ੍ਹਾ ਦੇ ਵਿੱਚ, ਸਾਡੇ ਧਰਮ ਵਿੱਚ ਵਾਧਾ ਹੋਏਗਾ, ਵਿਸਥਾਰ ਹੋਏਗਾ, ਜਦੋਂ ਐਸਾ ਵਿਦਵਾਨ, ਐਸਾ ਪ੍ਰਚਾਰਕ ਸਾਨੂੰ ਮਿਲ ਜਾਣਾ ਹੈ। ਏਵ ਸਜਾਦੇ ਕੋ ਸਮਝਾਏ। ਇਸ ਤਰ੍ਹਾਂ ਨੁਰੰਗੇ ਨੇ ਆਪਣੇ ਪੁੱਤਰ ਨੂੰ ਸਮਝਾਇਆ ਹੈ। ਜੋ ਕਿਉ ਦੀਨ ਬਿਖੈ ਇਸ ਲਿਆਏ। ਜਿਵੇਂ ਕਿਵੇਂ ਵੀ ਇਹਨੂੰ ਆਪਣੇ ਧਰਮ ਵਿੱਚ ਲਿਆਉਣਾ ਕਰ। ਗਇਓ ਬਹਾਦਰ ਸ਼ਾਹ ਨਿਕੇਤ। ਔਰ ਬਹਾਦਰ ਸ਼ਾਹ ਸਭਾ ਦੇ ਵਿੱਚੋਂ ਗਿਆ ਹੈ ਔਰ ਆਪਣੇ ਘਰ ਵਿਖੇ, ਜਿੱਥੇ ਭਾਈ ਨੰਦ ਲਾਲ ਸਾਹਿਬ ਜੀ ਰਹਿੰਦੇ ਹਨ, ਉੱਥੇ ਗਿਆ ਹੈ। ਬੋਲ ਲਿਓ ਨੰਦ ਲਾਲ ਸਹਿਤ। ਔਰ ਭਾਈ ਨੰਦ ਲਾਲ ਜੀ ਨੂੰ ਆਪਣੇ ਪਾਸ ਬੁਲਾਇਆ ਹੈ। ਕਹੀ ਪਦਰ ਕੀ ਸਕਲ ਬਤਾਈ। ਜਿਵੇਂ ਪਿਤਾ ਨੇ ਕਿਹਾ ਹੈ, ਸਾਰੀ ਗੱਲ ਭਾਈ ਨੰਦ ਲਾਲ ਜੀ ਨੂੰ ਦੱਸੀ ਹੈ। ਭਈ ਵਿਪਰਜੈ ਮਹਾ ਵਡਾਈ। ਜਿੱਥੇ ਤੁਹਾਡੀ ਵਡਿਆਈ ਹੋਣੀ ਸੀ, ਇਹ ਵਡਿਆਈ ਤੁਹਾਡੀ ਵਿਰੋਧੀ ਹੋ ਗਈ, ਤੁਹਾਡੇ ਉਲਟ ਹੋ ਗਈ ਹੈ। ਕਹਿਓ ਤੁਰਕ ਇਸ ਲਿਓ ਬਣਾਏ। ਪਿਤਾ ਜੀ ਦਾ ਕਹਿਣਾ ਹੈ ਕਿ ਇਹਨਾਂ ਨੂੰ ਤੁਰਕ ਬਣਾਉਣਾ ਕਰੋ। ਅਪਰ ਬਿਦਨ ਤੇ ਬਹੁ ਸਮਝਾਏ। ਔਰ ਮੈਨੂੰ ਚੰਗੀ ਤਰ੍ਹਾਂ ਤਾਕੀਦ ਕੀਤੀ ਹੈ ਕਿ ਤੁਸੀਂ ਆਪਣੇ ਵੱਲੋਂ ਇਹਨਾਂ ਨੂੰ ਸਮਝਾਉਣਾ ਕਰੋ। ਮੇਰੋ ਜੋਰ ਔਰ ਨਹਿ ਕੋ। ਭਾਈ ਨੰਦ ਲਾਲ ਜੀ, ਮੇਰਾ ਕੋਈ ਹੋਰ ਜ਼ੋਰ ਨਹੀਂ ਚੱਲ ਸਕਦਾ। ਸੁਧ ਕਰ ਦੀਨ ਪਾਸ ਤਵ ਜੋ। ਜਿੰਨਾ ਕੁ ਮੈਂ ਕਰ ਸਕਦਾ ਸੀ, ਸੱਚੀ ਖਬਰ ਜਿਹੜੀ ਹੈ ਮੈਂ ਤੁਹਾਨੂੰ ਦੇ ਦਿੱਤੀ ਹੈ। ਰਹਿਬੋ ਇਹਾਂ ਭਲਾਇਨ ਕਰਬੋ। ਹੁਣ ਤੁਸੀਂ ਇੱਥੇ ਰਹਿਣਾ ਹੈ ਜਾਂ ਇੱਥੋਂ ਜਾਣਾ ਹੈ, ਇਹ ਤੁਹਾਡੀ ਮਰਜ਼ੀ ਹੈ। ਤੁਵ ਅਧੀਨ ਹੈ ਜਿਮ ਉਰ ਧਰਬੋ। ਇਹ ਤੁਹਾਡੇ ਅਧੀਨ ਹੈ, ਤੁਹਾਡੀ ਮਰਜ਼ੀ ਹੈ। ਜਿਵੇਂ ਤੁਸੀਂ ਚਾਹੁੰਦੇ ਹੋ ਉਸੇ ਤਰ੍ਹਾਂ ਹੀ ਕਰਨਾ ਕਰੋ, ਮੈਂ ਤੁਹਾਡੇ ਨਾਲ ਹਾਂ। ਮਿੱਤਰ ਜਾਣ ਮੈਂ ਦਇਓ ਬਤਾਏ। ਤੁਹਾਡਾ ਮਿੱਤਰ ਜਾਣਦਿਆਂ ਹੋਇਆ, ਕਿਉਂਕਿ ਤੁਸੀਂ ਮੇਰੇ ਪਰਮ ਮਿੱਤਰ ਹੋ, ਇਸ ਕਰਕੇ ਮੈਨੂੰ ਵਿਦਿਆ ਵੀ ਪੜ੍ਹਾਉਂਦੇ ਹੋ, ਮੇਰੇ ਵਿਦਿਆ ਗੁਰੂ ਵੀ ਹੋ, ਔਰ ਮੈਂ ਤੁਹਾਨੂੰ ਸਾਰੀ ਗੱਲ ਦੱਸ ਦਿੱਤੀ ਹੈ। ਅਪਰ ਨਮੋ ਤੇ ਕੁਛ ਕੀ ਜਾਏ। ਮੇਰੇ ਵੱਲੋਂ ਹੋਰ ਕੋਈ ਤੁਹਾਡੀ ਮਦਦ ਨਹੀਂ ਹੋ ਸਕਦੀ, ਕਿਉਂਕਿ ਮੈਂ ਅਸਮਰੱਥ ਹਾਂ, ਹੋਰ ਮੈਂ ਤੁਹਾਡੀ ਕੋਈ ਮਦਦ ਨਹੀਂ ਕਰ ਸਕਦਾ। ਸੁਣ ਨੰਦ ਲਾਲ ਸਲਾਮੀ ਭਇਓ। ਭਾਈ ਨੰਦ ਲਾਲ ਜੀ ਨੇ ਸਲਾਮ ਕੀਤੀ ਹੈ ਔਰ ਉੱਥੋਂ ਚੱਲ ਪਏ ਹਨ। ਮਿਲਿਓ ਦਰੋਗੇ ਸੋਹਿਤ ਕੀਓ। ਦਰੋਗੇ ਨੂੰ ਆ ਕਰਕੇ ਬਾਹਰ ਮਿਲੇ ਹਨ ਭਾਈ ਨੰਦ ਲਾਲ ਸਾਹਿਬ ਜੀ। ਸਾਰੀ ਵਾਰਤਾ ਜਿਹੜੀ ਹੈ, ਦਰੋਗਾ ਮਿੱਤਰ ਸੀ ਭਾਈ ਸਾਹਿਬ ਜੀ ਦਾ, ਔਰ ਸਾਰੀ ਗੱਲ ਦੱਸੀ ਹੈ। ਕਹਿਓ ਤਾਹੇ ਸੋ ਮੈਂ ਅਬ ਜਾਊ। ਔਰ ਦਰੋਗੇ ਨੂੰ ਕਹਿਣ ਲੱਗੇ ਵੀ ਹੁਣ ਮੈਂ ਇੱਥੋਂ ਚੱਲਿਆ ਹਾਂ, ਗੁਰ ਬਿਨ ਓਟ ਅਪਰ ਨਹਿ ਪਾਉ। ਕਿਉਂਕਿ ਸਤਿਗੁਰੂ ਤੋਂ ਬਿਨਾ ਹੋਰ ਕੋਈ ਸਹਾਰਾ ਨਹੀਂ ਹੈ। ਨਾਹਿ ਤਬਾਦੀ ਸ਼ਾਹੋ ਬਿਸਾਲਾ। ਔਰ ਬਾਦਸ਼ਾਹ ਜਿਹੜਾ ਹੈ ਬੜਾ ਹੰਕਾਰੀ ਹੈ। ਸੁਨਹਿ ਕਹਾਇ ਲੇਹ ਤਤਕਾਲਾ। ਜਦੋਂ ਬਾਦਸ਼ਾਹ ਨੂੰ ਪਤਾ ਲੱਗੇਗਾ ਫਿਰ ਉਹਨੇ ਮੈਨੂੰ ਫੜ ਲੈਣਾ ਹੈ। ਗੁਰ ਬਹੀਨ ਰਾਖਾ ਨਹਿ ਦੂਆ। ਸਤਿਗੁਰੂ ਤੋਂ ਬਿਨਾ ਹੋਰ ਕੋਈ ਦੂਜਾ ਰਾਖਾ ਨਹੀਂ ਹੈ। ਜਿਸ ਕੀ ਸ਼ਰਨ ਪਰਿਓ ਸਿੱਖ ਹੂਆ। ਜਿਹਦੀ ਸ਼ਰਨ ਵਿੱਚ ਪੈ ਕਰਕੇ ਮੈਂ ਗੁਰਸਿੱਖ ਬਣ ਜਾਵਾਂ, ਕਿਉਂਕਿ ਸਤਿਗੁਰੂ ਹੀ ਕੇਵਲ ਮੈਨੂੰ ਬਚਾ ਸਕਦੇ ਹਨ, ਜਿਨ੍ਹਾਂ ਦੀ ਸ਼ਰਨ ਵਿੱਚ ਪਿਆ ਕੋਈ ਭੈ ਨਹੀਂ ਹੈ। ਪ੍ਰਭ ਕੀ ਸ਼ਰਨ ਸਗਲ ਭੈ ਲਾਥੇ, ਦੁੱਖ ਬਿਨਸੇ ਸੁਖ ਪਾਇਆ। ਪ੍ਰਭੂ ਦੀ ਸ਼ਰਨ ਵਿੱਚ ਸਾਰੇ ਭੈ ਜਿਹੜੇ ਹਨ ਉਹ ਦੂਰ ਹੋ ਜਾਂਦੇ, ਜਦੋਂ ਜੀਵ ਸੁਰਤ ਕਰਕੇ ਪ੍ਰਭੂ ਦੀ ਸ਼ਰਨ ਗ੍ਰਹਿਣ ਕਰ ਲਵੇ।
ਸਮਗਰ ਦੁੱਖ ਜਿਹੜੇ ਹਨ, ਸਾਰੇ ਡਰ, ਚਿੰਤਾ, ਫਿਕਰ, ਅੰਦੇਸਾ ਮਨ ਦਾ ਦੂਰ ਹੋ ਜਾਂਦਾ ਹੈ ਜਦੋਂ ਸਤਿਗੁਰੂ ਨੂੰ ਆਪਾਂ ਸਮਰਪਣ ਕਰਦਾ ਏ। ਤੂੰ ਲੋਕ ਤੇ ਮੋਹਿ ਬਚਾਵੇ। ਕਿਉਂਕਿ ਸਮਰੱਥ ਕੇਵਲ ਸਤਿਗੁਰੂ ਜੀ ਹਨ, ਜਿਹੜੇ ਦੋ ਜਹਾਨ ਵਾਲੀ ਹਨ। ਦੋਨਾਂ ਲੋਕਾਂ ਤੋਂ ਸਤਿਗੁਰੂ ਜੀ ਬਚਾ ਸਕਦੇ ਹਨ, ਇਸ ਸੰਸਾਰ ਤੇ ਦੁਨੀਆ ਦੇ ਭੈ ਤੋਂ, ਦੁਨੀਆ ਦੇ ਡਰ ਤੋਂ, ਔਰ ਦਰਗਾਹ ਦੇ ਵਿੱਚ ਮੌਤ ਦੇ ਭੈ ਤੋਂ। ਕੇਵਲ ਇੱਕ ਸਤਿਗੁਰੂ ਜੀ ਹਨ ਜਿਨ੍ਹਾਂ ਦੀ ਸ਼ਰਨ ਵਿੱਚ ਪਿਆ ਜੀਵ ਬਚ ਸਕਦਾ ਹੈ। ਬਿਗਨ ਅਨੇਕ ਸ਼ੁਭਨ ਨਹਿ ਪਾਵੈ। ਸਤਿਗੁਰੂ ਦੀ ਸ਼ਰਨ ਵਿੱਚ ਅਨੇਕਾਂ ਹੀ ਵਿਘਨ ਜਿਹੜੇ ਹਨ ਉਹ ਛੋਹ ਨਹੀਂ ਸਕਦੇ, ਜੀਵ ਨੂੰ ਦੂਰ ਹੋ ਜਾਂਦੇ ਹਨ। ਤੋ ਮਹਾ ਮੇਲੀ ਤੂੰ ਮੇਰਾ। ਦਰੋਗਾ ਜੀ ਤੁਸੀਂ ਮੇਰੇ ਬੇਲੀ ਹੋ, ਤੁਸੀਂ ਮੇਰੇ ਮਿੱਤਰ ਹੋ। ਜਾਤ ਮਿਲਿਓ ਕਰ ਪ੍ਰੇਮ ਕਨੇਰਾ। ਔਰ ਬੜੇ ਪ੍ਰੇਮ ਨਾਲ ਅਸੀਂ ਮਿਲ ਕੇ ਰਹੇ ਹਾਂ। ਸੁਨਤ ਦਰੋਗਾ ਬਹੁ ਪਛਤਾਵਾ। ਸੁਣ ਕਰਕੇ ਦਰੋਗਾ ਮਨ ਵਿੱਚ ਬੜਾ ਪਛਤਾਵਾ ਕਰਦਾ ਹੈ। ਕਹੈ ਮੋਹਿ ਲਿਓ ਸੰਗ ਰਲਾਵਾ। ਦਰੋਗਾ ਕਹਿੰਦਾ ਵੀ ਭਾਈ ਸਾਹਿਬ ਜੀ ਮੈਨੂੰ ਵੀ ਨਾਲ ਹੀ ਲੈ ਚੱਲੋ, ਮੈਂ ਵੀ ਹੁਣ ਨਰੰਗੇ ਦੀ ਨੌਕਰੀ ਨਹੀਂ ਕਰਨੀ। ਤੂੰ ਕਰਨਾ ਤੇ ਮਨ ਸੁਧ ਮੋਹੀ। ਤੁਹਾਡੀ ਕਰੁਣਾ ਦੁਆਰਾ, ਤੁਹਾਡੀ ਕਿਰਪਾ ਕਰਕੇ, ਤੁਹਾਡੀ ਸੰਗਤ ਕਰਕੇ ਮੇਰਾ ਮਨ ਜਿਹੜਾ ਹੈ ਉਹ ਸ਼ੁੱਧ ਹੋਇਆ ਹੈ। ਤੂੰ ਕਰਨਾ ਤੇ ਸਭ ਸੁਖ ਹੋਈ। ਔਰ ਤੁਹਾਡੀ ਕਰੁਣਾ ਦੁਆਰਾ ਹੀ ਮੈਨੂੰ ਸਮਗਰ ਸੁਖ ਪ੍ਰਾਪਤ ਹੋਏ ਹਨ। ਆਪਣੋ ਮੁਰਸ਼ਿਦ ਤੋਹਿ ਪਛਾਨੋ। ਦਰੋਗਾ ਕਹਿਣ ਲੱਗਿਆ ਭਾਈ ਸਾਹਿਬ ਜੀ ਮੈਂ ਤੁਹਾਨੂੰ ਆਪਣਾ ਮੁਰਸ਼ਿਦ ਜਾਣਦਾ ਹਾਂ, ਕਿਉਂਕਿ ਅਧਿਆਤਮ ਮਾਰਗ ਦਾ ਜਿਹੜਾ ਰਸਤਾ ਹੈ ਇਹ ਰਾਹ ਮੈਂ ਤੁਹਾਡੀ ਸੰਗਤ ਕਰਕੇ ਹੀ ਪਹਿਚਾਣਿਆ ਹੈ। ਤੁਹਾਡੀ ਕਿਰਪਾ ਦੁਆਰਾ ਮੈਨੂੰ ਕੁਝ ਸੋਝੀ ਆਈ ਹੈ ਔਰ ਮੈਂ ਤਾਂ ਤੁਹਾਨੂੰ ਆਪਣਾ ਮੁਰਸ਼ਿਦ ਜਾਣਦਾ ਹਾਂ। ਦਿਨ ਪ੍ਰਤ ਚਿੱਤ ਵਿਕਾਰ ਤੇ ਹਾਨੋ। ਔਰ ਤੁਹਾਡੀ ਸੰਗਤ ਕਰਕੇ ਮੇਰਾ ਚਿੱਤ ਜਿਹੜਾ ਹੈ ਵਿਕਾਰਾਂ ਤੋਂ ਬਚਿਆ ਹੈ। ਨਿਤ ਖੁਦਾਏ ਕੋ ਸਿਮਰਨ ਕਰਤਾ। ਤੁਹਾਡੀ ਸੰਗਤ ਕਰਕੇ ਹੀ ਮੈਂ ਖੁਦਾ ਦੇ ਸਿਮਰਨ ਵਿੱਚ ਜੁੜਨ ਲੱਗਿਆ ਹਾਂ। ਅੰਤ ਸਹਾਇਕ ਹੋਏ ਵਿਚਰਤ ਵਿਚਰਤਾ। ਔਰ ਮਨ ਵਿੱਚ ਇਹੀ ਵਿਚਾਰ ਵਸ ਗਈ ਕਿ ਅੰਤ ਸਮੇਂ ਸਹਾਇਤਾ ਖੁਦਾ ਦੇ ਸਿਮਰਨ ਨੇ ਹੀ ਕਰਨੀ ਹੈ। ਸਿਮਰਨ ਤੋਂ ਬਿਨਾ ਹੋਰ ਕੋਈ ਸਹਾਇਤਾ ਕਰਨ ਵਾਲਾ ਨਹੀਂ ਹੈ। ਜਿਸ ਹਿਰਦੇ ਅੰਦਰ ਸਿਮਰਨ ਹੈ, ਜੇ ਮਾਰਗ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਉਹਾਂ ਸੰਗ ਤੋਸਾ। ਕਿਉਂਕਿ ਉੱਥੇ ਤਾਂ ਸਹਾਇਤਾ ਹਰੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੇ ਕਰਨੀ ਹੈ, ਖੁਦਾ ਨੇ ਕਰਨੀ ਹੈ। ਔਰ ਇਹ ਖੁਦਾ ਦਾ ਨਾਮ ਮੈਂ ਤੁਹਾਡੀ ਸੰਗਤ ਕਰਕੇ ਹੀ ਲੈਣਾ ਸਿੱਖਿਆ ਹੈ। ਨਿਜ ਗੁਰੂ ਸੰਗ ਮਿਲਾਵੋ ਮੋਹੇ। ਔਰ ਆਪਣੇ ਗੁਰੂ ਦੇ ਨਾਲ ਮੈਨੂੰ ਵੀ ਮਿਲਾਉਣਾ ਕਰੋ। ਜਨਮ ਸਫਲ ਜਿਸ ਤੇ ਸਭ ਹੋਏ। ਔਰ ਜਿਨ੍ਹਾਂ ਦੇ ਦਰਸ਼ਨ ਕਰਕੇ ਮੇਰਾ ਵੀ ਜਨਮ ਸਫਲ ਹੋ ਜਾਵੇ। ਮੈਂ ਨ ਰਹੋ ਇਸ ਪਾਪੀ ਪਾਸ। ਨਰੰਗਾ ਪਾਪੀ ਹੈ, ਜ਼ੁਲਮੀ ਹੈ, ਇਸ ਪਾਪੀ ਦੇ ਪਾਸ ਹੁਣ ਮੈਂ ਨੌਕਰੀ ਨਹੀਂ ਕਰਾਂਗਾ। ਪਰੀ ਸ਼ਰਾਗਰ ਜਿਸ ਕੇ ਫਾਸ। ਔਰ ਜਿਹਦੇ ਗਲ ਵਿੱਚ ਸ਼ਰ੍ਹਾ ਦੀ ਫਾਹੀ ਪਈ ਹੋਈ ਹੈ, ਔਰ ਐਸੇ ਦੁਸ਼ਟ ਬੰਦੇ ਦੇ ਕੋਲ ਮੈਂ ਨੌਕਰੀ ਨਹੀਂ ਕਰ ਸਕਦਾ। ਲਗਨ ਵਿਸਾਲ ਅਗਾਰੀ ਮੇਰੇ। ਔਰ ਅੱਗੇ ਜਿਹੜੇ ਮੇਰੇ ਲਗਨ ਹਨ ਉਹ ਵਿਸਾਲ ਹਨ, ਕਿਉਂਕਿ ਮੈਨੂੰ ਅਗਲਾ ਰਸਤਾ ਜਿਹੜਾ ਹੈ ਉਹ ਦਿਸ ਰਿਹਾ ਹੈ। ਅਰਪੋ ਤਨ ਮਨ ਗੁਰੂ ਅਗੀਰੇ। ਮੈਂ ਵੀ ਆਪਣਾ ਤਨ ਅਤੇ ਮਨ ਗੁਰੂ ਅੱਗੇ ਅਰਪਣ ਕਰ ਦੇਵਾਂ। ਅਬਹਿ ਅਚਾਨਕ ਵਿਦ ਬਨ ਆਈ। ਕਿਉਂਕਿ ਹੁਣ ਤਾਂ ਅਚਾਨਕ ਹੀ ਵਿਧ ਬਣ ਗਈ। ਜਿਵੇਂ ਤੁਸੀਂ ਜਾ ਰਹੇ ਹੋ
ਮੈਂ ਵੀ ਤੁਹਾਡੇ ਨਾਲ ਹੀ ਚੱਲਾਂਗਾ। ਇਹ ਵਿਧ ਜਿਹੜੀ ਹੈ ਅਚਾਨਕ ਹੀ ਬਣੀ ਹੈ। ਤੋਹੇ ਸੰਗ ਹੋਏ ਮਿਲਨ ਤਹਾਈ। ਔਰ ਤੁਹਾਡੀ ਸਹਾਇਤਾ ਕਰਕੇ, ਤੁਹਾਡੀ ਸੰਗਤ ਕਰਕੇ ਮੈਂ ਵੀ ਗੁਰੂ ਜੀ ਦੇ ਦਰਸ਼ਨ ਕਰ ਲਵਾਂਗਾ। ਇਮ ਕਹਿ ਭਇਓ ਦਰੋਗਾ ਤਿਆਰ। ਇਸ ਤਰ੍ਹਾਂ ਕਹਿ ਕੇ ਦਰੋਗਾ ਵੀ ਭਾਈ ਸਾਹਿਬ ਜੀ ਦੇ ਨਾਲ ਤਿਆਰ ਹੋਇਆ ਹੈ। ਹਿਤ ਕਰ ਪਹੁੰਚਨ ਗੁਰ ਦਰਬਾਰ। ਬੜੇ ਹਿੱਤ ਕਰਕੇ, ਪ੍ਰੇਮ ਕਰਕੇ ਗੁਰੂ ਦਰਬਾਰ ਵਿੱਚ ਪਹੁੰਚਣ ਦੇ ਲਈ ਦੋਨੋਂ ਹੀ ਚੱਲੇ ਹਨ। ਸੈਯਦ ਹੁਤੋ ਪ੍ਰੇਮ ਰੰਗ ਰਾਤਾ। ਔਰ ਇਹ ਦਰੋਗਾ ਸੈਯਦ ਹੈ, ਪ੍ਰੇਮ ਦੇ ਰੰਗ ਵਿੱਚ ਰੰਗਿਆ ਹੋਇਆ। ਮਗ ਖੁਦਾਏ ਕੇ ਮਿਲਵੇ ਜਾਤਾ। ਔਰ ਖੁਦਾ ਦੇ ਮਾਰਗ ਤੇ ਚੱਲਣ ਦੀ ਜਿਹੜੀ ਸੋਝੀ ਹੈ ਇਹਨੂੰ ਪ੍ਰਾਪਤ ਹੋਈ ਹੈ। ਜਲ ਛੋੜਤ ਹੀ ਨਿਕਸੇ ਦੋਈ। ਔਰ ਦੋਨੋਂ ਹੀ ਚੱਲ ਪਏ ਹਨ। ਸਤਿਗੁਰ ਦਰਸ਼ਨ ਚਿਤਵਤ ਸੋਈ। ਹਿਰਦੇ ਅੰਦਰ ਸਤਿਗੁਰਾਂ ਦੇ ਦਰਸ਼ਨਾਂ ਦੀ ਇੱਛਾ ਹੈ। ਕਬਹਿ ਮਿਲਹਿ ਹਮ ਹੋਏ ਨਿਹਾਲੂ। ਕਦੋਂ ਅਸੀਂ ਗੁਰੂ ਸਾਹਿਬ ਜੀ ਦੇ ਜਾ ਕਰਕੇ ਦਰਸ਼ਨ ਕਰਾਂਗੇ ਔਰ ਸਾਡਾ ਹਿਰਦਾ ਜਿਹੜਾ ਹੈ ਨਿਹਾਲ ਹੋਏਗਾ, ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ। ਕਦੋਂ ਮੈਂ ਸਤਿਗੁਰਾਂ ਦੇ ਦਰਸ਼ਨ ਕਰਾਂਗਾ, ਕਦੋਂ ਇਹ ਇੱਛਾ ਮੇਰੀ ਪੂਰਨ ਹੋਏਗੀ। ਬੈਠ ਸਮੀਪੀ ਮੋਦ ਬਿਸਾਲੂ। ਔਰ ਭਾਈ ਨੰਦ ਲਾਲ ਜੀ ਦੇ ਕੋਲ ਬਹਿੰਦੇ ਹਿਰਦੇ ਅੰਦਰ ਐਸਾ ਪ੍ਰੇਮ ਬਣ ਗਿਆ। ਕਦੋਂ ਅਸੀਂ ਸਤਿਗੁਰੂ ਦੇ ਸਨਮੁਖ ਜਾ ਕਰਕੇ ਬੈਠਾਂਗੇ, ਨੇਤਰਾਂ ਦੇ ਦੁਆਰਾ ਗੁਰੂ ਸਾਹਿਬ ਜੀ ਦੇ ਦੀਦਾਰ ਕਰਾਂਗੇ, ਨੇਤਰਾਂ ਦੇ ਡੋਨੇ ਬਣਾ ਕਰਕੇ ਸਤਿਗੁਰਾਂ ਦਾ ਅੰਮ੍ਰਿਤ ਰੂਪੀ ਦਰਸ਼ਨ ਭਰ ਭਰ ਕੇ ਪੀਆਂਗੇ। ਮਗ ਮੈਂ ਸਤਿਗੁਰ ਕੀ ਗੁਣ ਕਹਤੇ। ਰਸਤੇ ਵਿੱਚ ਚਲਦਿਆਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਦੇ ਗੁਣ ਗਾਇਨ ਕਰਦੇ ਜਾਂਦੇ ਹਨ। ਆਵਤ ਚਲੇ ਮਿਲਨ ਕੋ ਚਹਤੇ। ਚਾਹਨਾ ਹੈ ਹਿਰਦੇ ਅੰਦਰ ਆ ਰਹੇ ਹਨ ਗੁਰੂ ਸਾਹਿਬ ਜੀ ਨੂੰ ਮਿਲਣ ਵਾਸਤੇ। ਜਾਗੇ ਜਿਨ ਕੇ ਭਾਗ ਬਿਲੰਦੇ। ਜਿਨ੍ਹਾਂ ਦੇ ਵੱਡੇ ਭਾਗ ਹਨ ਔਰ ਪੂਰਬਲੇ ਭਾਗ ਜਾਗੇ, ਤਿਨਾਂ ਨੂੰ ਸਤਿਗੁਰੂ ਦੀ ਸੰਗਤ ਵਿੱਚ ਆਉਣ ਦਾ ਜਿਹੜਾ ਇਹ ਸਮਾਂ ਪ੍ਰਾਪਤ ਹੁੰਦਾ ਹੈ। ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ। ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਜਨਮਾਂ ਜਨਮਾਂਤਰਾਂ ਦੀ ਸੋਈ ਹੋਈ ਜੀਵ ਆਤਮਾ ਜਿਹੜੀ ਹੈ ਉਹ ਜਾਗ ਜਾਂਦੀ ਹੈ। ਜੀਵ ਨੂੰ ਸੋਝੀ ਆਉਂਦੀ ਜਦੋਂ ਪੂਰਬਲੇ ਭਾਗ ਜਾਗਦੇ, ਸਤਿਗੁਰਾਂ ਦੀ ਕਿਰਪਾ ਵਰਤੀ ਹੈ। ਦਰੋਗਾ ਭਾਈ ਨੰਦ ਲਾਲ ਜੀ ਦੋਨੋਂ ਹੀ ਚੱਲੇ ਆਉਂਦੇ ਹਨ। ਪਹੁੰਚਤ ਭੇਜੈ ਨਗਰ ਅਨੰਦੇ। ਕਦੋਂ ਸ਼੍ਰੀ ਅਨੰਦਪੁਰ ਸਾਹਿਬ ਨਗਰ ਅਸੀਂ ਪਹੁੰਚਾਂਗੇ, ਸਤਿਗੁਰਾਂ ਦੇ ਦਰਸ਼ਨ ਕਰਾਂਗੇ। ਦੋਹਰਾ ਆਏ ਮਿਲੇ ਸ੍ਰੀ ਗੁਰ ਨਿਕਟ, ਦੇਖਿਓ ਪ੍ਰੇਮ ਵਿਸਾਲ। ਆ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਦੇ ਦਰਸ਼ਨ ਕਰਦੇ, ਕਲਗੀਧਰ ਪਿਤਾ ਅੰਮ੍ਰਿਤ ਕੇ ਦਾਤੇ ਸਤਿਗੁਰੂ ਤਿਨਾਂ ਦੇ ਦੀਦਾਰ ਕਰਦਿਆਂ ਹਿਰਦੇ ਅੰਦਰ ਕਿੰਨਾ ਕੁ ਪ੍ਰੇਮ ਹੈ ਭਾਈ ਨੰਦ ਲਾਲ ਜੀ ਔਰ ਦਰੋਗੇ ਦੇ ਮਨ ਅੰਦਰ। ਪਰੇ ਚਰਨ ਕਰ ਜੋਰ ਕਰ, ਲਖੇ ਸੋ ਪ੍ਰਭੂ ਕਿਰਪਾਲ। ਔਰ ਸਤਿਗੁਰਾਂ ਦੇ ਚਰਨਾਂ ਤੇ ਟਹਿ ਪਈ, ਮੇਲ ਲਹਿਓ ਦਇਆਲ, ਢਹਿ ਪਏ ਦੁਆਰਿਆ। ਰਖ ਲੇਵੋ ਦੀਨ ਦਇਆਲ, ਭਰਮਤ ਬਹੁ ਹਾਰਿਆ। ਭਗਤ ਵਸ਼ਲ ਤੇਰਾ ਬਿਰਦ, ਹਰ ਪਤਿਤ ਉਧਾਰਿਆ। ਪਤਿਤਾਂ ਨੂੰ ਉਧਾਰਨ ਵਾਲੇ ਸਮਰੱਥ ਸਤਿਗੁਰੂ ਜੀ, ਅਸੀਂ ਆਪ ਜੀ ਦੇ ਚਰਨਾਂ ਤੇ ਢਹਿ ਪਏ ਹਾਂ। ਕਿਰਪਾ ਕਰੋ ਸਾਨੂੰ ਰੱਖ ਲੈਣਾ ਕਰੋ। ਇਉਂ ਮਹਾਰਾਜਿਆਂ ਦੇ ਚਰਨਾਂ ਤੇ ਆ ਕੇ ਮੱਥਾ ਟੇਕਿਆ ਹੈ। ਚੌਪਈ ਨੰਦ ਲਾਲ ਨੇ ਭੇਟ ਚੜਾਈ। ਭਾਈ ਨੰਦ ਲਾਲ ਜੀ ਭੇਟਾ ਕੀ ਲੈ ਕੇ ਆਏ ਹਨ ਮਹਾਰਾਜਿਆਂ ਦੇ ਵਾਸਤੇ। ਆਪਣੀ ਸੁੰਦਰ ਗਜ਼ਲਾਂ ਦੀ ਜਿਹੜੀ ਕਿਤਾਬ ਹੈ ਭਾਈ ਸਾਹਿਬ ਜੀ ਲੈ ਕਰਕੇ ਆਏ।
ਮਹਾਰਾਜਿਆਂ ਦੇ ਚਰਨਾਂ ਵਿੱਚ ਭੇਟ ਚੜਾਈ ਹੈ, ਜਿਹਨੂੰ ਬੰਦਗੀ ਨਾਮਾ ਭਾਈ ਸਾਹਿਬ ਜੀ ਨੇ ਨਾਮ ਦਿੱਤਾ ਹੈ। ਬੀਜ ਫਾਰਸੀ ਬੈਂਤ ਬਣਾਈ, ਫਾਰਸੀ ਭਾਸ਼ਾ ਦੇ ਵਿੱਚ ਬੜੇ ਸੁੰਦਰ ਬੈਂਤ ਗਜ਼ਲਾਂ ਜਿਹੜੀਆਂ ਨੇ ਉਹ ਲਿਖੀਆਂ ਹੋਈਆਂ ਹਨ। ਸਤਿਗੁਰ ਸਿਫਤ ਬ੍ਰਹਮ ਕੋ ਗਿਆਨ, ਔਰ ਸਤਿਗੁਰਾਂ ਦੀ ਸਿਫਤ ਔਰ ਪਾਰ ਬ੍ਰਹਮ ਦਾ ਜੋ ਗਿਆਨ ਹੈ ਇਹਨਾਂ ਗਜ਼ਲਾਂ ਦੇ ਵਿੱਚ ਭਾਈ ਨੰਦ ਲਾਲ ਸਾਹਿਬ ਜੀ ਨੇ ਲਿਖਿਆ ਹੈ। ਜੁਗਤ ਉਗਤ ਬਹੁਰੀਤ ਬਖਾਨ, ਬੜੀ ਜੁਗਤ ਦੇ ਨਾਲ ਛੰਦਾਬੰਦੀ ਦੇ ਦੁਆਰਾ ਬੜੀ ਤਰਤੀਬ ਨਾਲ ਇਹ ਰਚਨਾਵਾਂ ਜਿਹੜੀਆਂ ਨੇ ਭਾਈ ਸਾਹਿਬ ਜੀ ਨੇ ਲਿਖੀਆਂ ਹਨ। ਮੁਸਕਾਵਤ ਦਸਵੇਂ ਪਾਤਸ਼ਾਹੋ, ਹੱਸਦਿਆਂ ਹੋਇਆਂ ਦਸ਼ਮੇਸ਼ ਪਿਤਾ ਜੀ, ਕਿਰਪਾ ਕਰਤ ਪੂਜਤੇ ਤਾਹੂ, ਕਿਰਪਾ ਕਰਦਿਆਂ ਹੋਇਆਂ ਸਤਿਗੁਰੂ ਜੀ ਭਾਈ ਨੰਦ ਲਾਲ ਜੀ ਨੂੰ ਪੁੱਛਦੇ ਹਨ। ਆਨਿਓ ਕਹਾ ਸੁਨਾਵਹੁ ਪਿਆਰੇ, ਭਾਈ ਇਹ ਕੀ ਲੈ ਕਰਕੇ ਆਏ ਹੋ ਹੈ ਪਿਆਰੇ, ਕੁਝ ਸੁਣਾਉਣਾ ਕਰੋ। ਕਿਆ ਇਸ ਪੋਥੀ ਬੀਜ ਉਚਾਰੇ, ਇਸ ਪੋਥੀ ਦੇ ਵਿੱਚ ਤੁਸੀਂ ਕੀ ਉਚਾਰਨ ਕੀਤਾ ਹੈ, ਕੀ ਲਿਖਿਆ ਹੈ। ਕਿਤਕ ਬੈਤ ਨੰਦ ਲਾਲ ਸੁਨਾਈ, ਕੁਝ ਕੁ ਬੈਂਤ ਜਿਹੜੇ ਹਨ ਭਾਈ ਨੰਦ ਲਾਲ ਸਾਹਿਬ ਜੀ ਨੇ ਸਤਿਗੁਰੂ ਜੀ ਨੂੰ ਸੁਣਾਏ ਹਨ। ਕਰੇ ਮਾਇਨੇ ਨੀਕ ਬਣਾਈ, ਔਰ ਉਹਦੇ ਫਿਰ ਅਰਥ ਕਰਕੇ ਸੁਣਾਏ। ਨਾ ਸਿਰੋ ਮਨਸੂਰ ਗੁਰ ਗੋਬਿੰਦ ਸਿੰਘ, ਏਜ਼ ਦੀ ਮਨਜ਼ੂਰ ਗੁਰ ਗੋਬਿੰਦ ਸਿੰਘ, ਹਕਰਾ ਗੰਜੂਰ ਗੁਰ ਗੋਬਿੰਦ ਸਿੰਘ, ਜਮਲਾ ਫੈਜ ਨੂਰ ਗੁਰੂ ਗੋਬਿੰਦ ਸਿੰਘ। ਮਹਾਰਾਜਿਆਂ ਦੀ ਉਸਤਤ ਦੇ ਵਿੱਚ ਇਉਂ ਜਦੋਂ ਇਹ ਬੰਦ ਭਾਈ ਸਾਹਿਬ ਜੀ ਨੇ ਸਤਿਗੁਰਾਂ ਨੂੰ ਸਰਵਣ ਕਰਾਏ ਹਨ। ਕਰਿਓ ਬੰਦਗੀ ਨਾਮਾ ਮੋਹੇ, ਭਾਈ ਨੰਦ ਲਾਲ ਸਾਹਿਬ ਜੀ ਕਹਿੰਦੇ ਸਤਿਗੁਰੂ ਜੀ ਇਹ ਬੰਦਗੀ ਨਾਮਾ ਜੋ ਹੈ ਮੈਂ ਲਿਖਿਆ ਹੈ। ਮਹਿਮਾ ਕੀਰਤੇ ਕੰਨ ਸਮ ਹੋਏ, ਸਤਿਗੁਰੂ ਜੀ ਮਹਿਮਾ ਹੈ ਆਪ ਜੀ ਦੀ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸਵਰੂਪ ਦੀ। ਅਹੈ ਜਥਾ ਮਤ ਤਥਾ ਬਣਾਈ, ਜਿੰਨੀ ਕ ਸੁਮਤ ਸਤਿਗੁਰੂ ਜੀ ਆਪ ਜੀ ਨੇ ਬਖਸ਼ਿਸ਼ ਕੀਤੀ ਹੈ ਆਪਣੀ ਬੁੱਧੀ ਅਨੁਸਾਰ ਮੈਂ ਇਹ ਬੰਦ ਬਣਾਏ ਹਨ। ਕਰਪੇ ਹਿਤ ਬਾਣੀ ਸਫਲਾਈ, ਸਤਿਗੁਰੂ ਜੀ ਇਸ ਬਾਣੀ ਨੂੰ ਸਫਲ ਕਰਨ ਵਾਸਤੇ ਗੁਣ ਸਮੁੰਦਰ ਕੋ ਲਖੈ ਤੁਮਾਰੇ, ਮਹਾਰਾਜ ਤੁਹਾਡੇ ਜੋ ਗੁਣ ਹਨ ਉਹ ਤਾਂ ਸਮੁੰਦਰ ਦੇ ਸਮਾਨ ਹਨ। ਜਲ ਪ੍ਰੰਤ ਲੈ ਕਾਜ ਸੁਧਾਰੇ, ਮਹਾਰਾਜ ਜੀ ਛੋਟੀ ਜਿਹੀ ਬੂੰਦ ਲੈ ਕਰਕੇ ਮੈਂ ਇਹ ਕਾਰਜ ਜਿਹੜਾ ਹੈ ਸਵਾਰਿਆ ਹੈ। ਸਮੁੰਦਰ ਦੇ ਵਿੱਚੋਂ ਥੋੜੀ ਜਿਹੀ ਬੂੰਦ ਜਿਹੜੀ ਹੈ ਉਹ ਮੈਂ ਲਈ ਹੈ। ਕਰਹਿ ਇਸ਼ਨਾਨ ਆਦ ਮਲ ਹਰੇ, ਸਤਿਗੁਰੂ ਜੀ ਜਿਹੜਾ ਜੀਵ ਇਹਦੇ ਵਿੱਚ ਇਸ਼ਨਾਨ ਕਰੇਗਾ ਉਹਦੀ ਜੁਗਾਂ ਜੁਗੰਤਰਾਂ ਦੀ ਜਿਹੜੀ ਮੈਲ ਹੈ, ਕਿਉਂਕਿ ਇੱਕ ਜਨਮ ਦੀ ਮੈਲ ਨਹੀਂ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆਓ, ਇੱਕ ਜਨਮ ਦੀ ਮੈਲ ਨਹੀਂ ਹੈ। ਪਤਾ ਨਹੀਂ ਕਿੰਨਾ ਕੁ ਲੰਮਾ ਸਫ਼ਰ ਜਿਹੜਾ ਹੈ ਇਹ ਜੀਵ ਆਤਮਾ ਤੈਅ ਕਰਕੇ ਆਈ। ਇਸ ਕਰਕੇ ਭਾਈ ਨੰਦ ਲਾਲ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਔਰ ਭਾਈ ਨੰਦ ਲਾਲ ਸਾਹਿਬ ਜੀ ਇਹਨਾਂ ਦੀ ਜਿਹੜੀ ਰਚਨਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦੀ ਹਜ਼ੂਰੀ ਦੇ ਵਿੱਚ ਗਾਇਨ ਕੀਤੀ ਜਾਂਦੀ ਹੈ, ਪੜ੍ਹੀ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦੀ ਬਾਣੀ ਦੀ ਜਿਹੜੀ ਕੁੰਜੀ ਹੈ ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ, ਭਾਈ ਗੁਰਦਾਸ ਸਾਹਿਬ ਜੀਆਂ ਦੀ ਬਾਣੀ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦੀ ਕੁੰਜੀ ਹੈ। ਪਹਿਲਾਂ ਭਾਈ ਗੁਰਦਾਸ ਸਾਹਿਬ ਜੀਆਂ ਦੀਆਂ ਵਾਰਾਂ ਪੜ੍ਹਨੀਆਂ, ਵਾਰਾਂ ਜਦੋਂ ਪੜ੍ਹ ਲੈਂਦਾ ਹੈ ਜੀਵ ਫਿਰ ਬਾਣੀ ਦੀ ਸਮਝ ਆਉਂਦੀ। ਹੁਣ ਤਾਂ ਅਸੀਂ ਸਿੱਧੀ ਹੋਈ ਬਾਣੀ ਪੜ੍ਹਨ ਲੱਗ ਜਾਂਦੇ ਹਾਂ, ਕਿਉਂਕਿ ਸਾਡੀ ਓਨੀ ਮੱਤ ਨਹੀਂ ਹੈ, ਸਾਨੂੰ ਓਨੀ ਸੋਝੀ ਨਹੀਂ ਕਿ ਅਸੀਂ ਸ੍ਰੀ ਗੁਰਬਾਣੀ ਨੂੰ ਸਮਝ ਸਕੀਏ। ਕਿਉਂਕਿ ਬਾਣੀ ਧੁਰੋਂ ਆਈ ਹੈ, ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੇ ਬਚਨ
ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਭਾਈ ਲਾਲੋ, ਇਹ ਸਾਡੀ ਆਪਣੀ ਬਾਣੀ ਨਹੀਂ ਹੈ, ਸਾਡੀ ਆਪਣੀ ਰਚਨਾ ਨਹੀਂ ਹੈ। ਇਹ ਤਾਂ ਜਿਵੇਂ ਧੁਰੋਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵੱਲੋਂ ਬਖਸ਼ਿਸ਼ ਹੋਈ, ਉਸੇ ਤਰ੍ਹਾਂ ਹੀ ਅਸੀਂ ਅੱਗੇ ਬਿਆਨ ਕਰ ਰਹੇ ਹਾਂ। ਔਰ ਧੁਰੋਂ ਬਾਣੀ ਨੂੰ ਸਮਝਣ ਵਾਸਤੇ, ਜਿਹੜੀ ਬਾਣੀ ਧੁਰੋਂ ਆਈ ਹੈ ਉਹਨੂੰ ਸਮਝਣ ਵਾਸਤੇ ਸਾਡੀ ਜਿਹੜੀ ਸੋਝੀ ਹੈ, ਸਾਡੀ ਜਿਹੜੀ ਸੁਰਤ ਹੈ, ਜਦੋਂ ਧੁਰ ਪਹੁੰਚੇ ਫੇਰ ਹੀ ਇਸ ਬਾਣੀ ਨੂੰ ਜੀਵ ਸਮਝ ਸਕਦਾ, ਕਿਉਂਕਿ ਸੰਸਾਰੀ ਜੀਵਾਂ ਦੀ ਸਮਝ ਤੋਂ ਪਰੇ ਦੀ ਗੱਲ ਹੈ। ਇਸ ਕਰਕੇ ਮਹਾਰਾਜਿਆਂ ਨੇ ਭਾਈ ਗੁਰਦਾਸ ਸਾਹਿਬ ਜੀ ਦੀਆਂ 12 ਜੋ ਹਨ, ਭਾਈ ਗੁਰਦਾਸ ਸਾਹਿਬ ਜੀਆਂ ਦੀ ਜਿੰਨੀ ਰਚਨਾ ਹੈ ਬਾਣੀ ਦੀ ਕੁੰਜੀ ਆਖੀ। 10ਵੀਂ ਦੀ ਬਾਣੀ ਦੀ ਕੁੰਜੀ ਹੈ ਭਾਈ ਨੰਦ ਲਾਲ ਸਾਹਿਬ ਜੀਆਂ ਦੀ ਬਾਣੀ, ਜਿੰਨੀ ਭਾਈ ਨੰਦ ਲਾਲ ਸਾਹਿਬ ਜੀ ਦੀ ਰਚਨਾ ਹੈ 10ਵੀਂ ਦੀ ਬਾਣੀ ਦੀ ਕੁੰਜੀ ਹੈ। ਪਹਿਲਾਂ ਜਦੋਂ ਭਾਈ ਸਾਹਿਬ ਦੀ ਰਚਨਾ ਅਸੀਂ ਪੜ੍ਹਾਂਗੇ ਬੰਦਗੀ ਨਾਮਾ, ਜਿਹਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨਾਮ ਦਿੰਦੇ ਜ਼ਿੰਦਗੀ ਨਾਮਾ, ਕਿਉਂਕਿ ਜ਼ਿੰਦਗੀ ਦਾ ਰਸਤਾ, ਜੀਵਨ ਸਫਲ ਕਰਨ ਦਾ ਮਾਰਗ, ਇਹਨਾਂ ਰਚਨਾਵਾਂ ਨੂੰ ਪੜ੍ਹ ਕੇ ਮਨ ਦੇ ਵਿੱਚ ਪ੍ਰੇਮ ਪੈਦਾ ਹੁੰਦਾ ਹੈ। ਔਰ ਜੀਵਨ ਸਫਲ ਕਰਨ ਦਾ ਜਿਹੜਾ ਰਸਤਾ ਹੈ ਭਾਈ ਨੰਦ ਲਾਲ ਸਾਹਿਬ ਜੀ ਨੇ ਬਿਆਨ ਕੀਤਾ। ਹਿਰਦੇ ਅੰਦਰ ਸ਼ਰਧਾ ਬਣਦੀ, ਪ੍ਰੇਮ ਬਣਦਾ, ਭਾਵਨਾ ਬਣਦੀ ਹੈ। ਇਸੇ ਕਰਕੇ ਮਹਾਰਾਜ ਜੀਆਂ ਨੇ ਕਿਹਾ ਇਹ ਬੰਦਗੀ ਨਾਮਾ ਨਹੀਂ, ਇਹ ਜ਼ਿੰਦਗੀ ਨਾਮਾ ਹੈ। ਭਾਈ ਸਾਹਿਬ ਜੀ ਦੀ ਰਚਨਾ ਰਹਿਤਨਾਮੇ, ਅਨੇਕਾਂ ਹੀ ਰਚਨਾਵਾਂ ਜਿਨ੍ਹਾਂ ਨੂੰ ਪੜ੍ਹ ਕੇ ਹਿਰਦੇ ਅੰਦਰ ਪ੍ਰੇਮ ਪੈਦਾ ਹੁੰਦਾ ਹੈ। ਔਰ ਫੇਰ 10ਵੀਂ ਦੀ ਬਾਣੀ ਜਿਹੜੀ ਆ ਉਹ ਸਮਝੋ। ਅੱਜ ਕੱਲ੍ਹ ਤਾਂ ਤਰਕ ਕੀਤਾ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਦੀ ਇਹ ਰਚਨਾ ਨੇ, ਭਾਵੇਂ ਜਾਪ ਸਾਹਿਬ ਹੈ, ਚੌਪਈ ਸਾਹਿਬ ਹੈ, ਸੁਧਾ ਸਵਈਏ, ਅਸੀਂ 3 ਬਾਣੀਆਂ ਅੰਮ੍ਰਿਤ ਵੇਲੇ ਜਾਪ ਕਰਦੇ ਹਾਂ। ਔਰ ਅੱਜ ਇਹ ਵੀ ਬੜਾ ਜ਼ੋਰ ਲਾਇਆ ਜਾਂਦਾ ਕਿ ਬਾਣੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਦੀ ਨਹੀਂ, ਕਿਉਂਕਿ 10ਵੀਂ ਦੀ ਬਾਣੀ ਵੀਰ ਰਸੀ ਬਾਣੀ ਹੈ। ਔਰ ਇਸੇ ਬਾਣੀ ਨੂੰ ਪੜ੍ਹ ਕੇ ਹਿਰਦੇ ਅੰਦਰ ਜਿਹੜਾ ਹੈ ਜੋਸ਼, ਆਤਮਿਕ ਸਾਹਸ, ਆਤਮਿਕ ਬਲ ਪੈਦਾ ਹੁੰਦਾ ਹੈ। ਔਰ ਸਿੱਖਾਂ ਨੂੰ ਇਸ ਆਤਮਿਕ ਬਲ ਤੋਂ ਦੂਰ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਉਹ ਅੱਜ ਦੀਆਂ ਨਹੀਂ ਹੈ, ਬਹੁਤ ਲੰਮੇ ਸਮੇਂ ਤੋਂ ਇਹ ਕੋਸ਼ਿਸ਼ਾਂ ਚੱਲ ਰਹੀਆਂ ਹਨ। ਕੱਲ੍ਹ ਪਰਸੋਂ ਦਾ ਬਿਆਨ ਸੀ ਰਾਜਸਥਾਨ ਵਿਖੇ, ਉੱਥੇ ਆਦਿੱਤਿਆਨਾਥ ਵੀ ਬੈਠਾ ਜੋਗੀ, ਜਿਹੜਾ ਕਿ ਯੂਪੀ ਦਾ ਮੁੱਖ ਮੰਤਰੀ ਹੈ। ਔਰ ਉੱਥੇ ਕਿਹਾ ਜਾਂਦਾ ਹੈ ਕਿ ਸਿੱਖਾਂ ਦੇ ਗੁਰਦੁਆਰੇ ਇੱਕ ਨਸੂਰ ਦੀ ਤਰ੍ਹਾਂ ਜਿਹੜੇ ਸਾਨੂੰ ਚੁਭਦੇ ਹਨ। ਕਹਿਣ ਲੱਗੇ ਨਸੂਰ ਤੋਂ ਭਾਵ ਇੱਕ ਜ਼ਖਮ, ਕਹਿਣ ਲੱਗੇ ਗੁਰਦੁਆਰੇ ਸਾਡਾ ਜ਼ਖਮ ਹਨ, ਔਰ ਇਹ ਜਿਹੜਾ ਜ਼ਖਮ ਹੈ ਸਦਾ ਹੀ ਸਾਡੇ ਅੰਦਰ ਦਰਦ ਕਰਦਾ ਰਹੇਗਾ। ਔਰ ਉਸ ਬਿਆਨ 'ਤੇ ਨਾ ਹੀ ਕਿਸੇ ਵੀ ਭਾਜਪਾਈ ਨੇ ਅਜੇ ਤੱਕ ਕੋਈ ਬਿਆਨ ਦਿੱਤਾ ਹੈ, ਨਾ ਹੀ ਕਿਸੇ ਨੇ ਉਹਦੀ ਨਿੰਦਾ ਕੀਤੀ, ਕਿਉਂਕਿ ਗੁਰੂ ਘਰ ਦੇ ਵਿੱਚੋਂ ਹਮੇਸ਼ਾ ਹੀ ਸਰਬ ਸਾਂਝੀਵਾਲਤਾ ਦਾ ਜਿਹੜਾ ਪੈਗਾਮ ਹੈ ਉਹ ਦਿੱਤਾ ਜਾਂਦਾ ਹੈ। ਚਾਰੇ ਵਰਣਾਂ ਨੂੰ ਸਾਂਝਾ ਉਪਦੇਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਬਾਣੀ ਇਹ ਸਭਨਾਂ ਦੇ ਵਾਸਤੇ ਸਾਂਝੀ ਹੈ। ਔਰ ਸਭਨਾਂ ਤੋਂ ਵੱਧ ਜਿਹੜਾ ਜ਼ੁਲਮ ਹੈ ਸਿੱਖਾਂ 'ਤੇ ਕੀਤਾ ਜਾਂਦਾ ਹੈ, ਗੁਰੂ ਘਰਾਂ 'ਤੇ ਕੀਤਾ ਜਾਂਦਾ ਹੈ। ਜਿੱਥੋਂ ਸਭਨਾਂ ਨੂੰ ਸਾਂਝਾ ਉਪਦੇਸ਼ ਮਿਲਦਾ ਹੈ, ਸਭਨਾਂ ਦੀ ਸਹਾਇਤਾ ਕੀਤੀ ਜਾਂਦੀ ਹੈ, ਸਭਨਾਂ ਦੇ ਵਾਸਤੇ, ਸਭਨਾਂ ਦੇ ਸਿਰ 'ਤੇ ਹੱਥ ਰੱਖਦੇ, ਸਭਨਾਂ ਦਾ ਤਨ ਢੱਕਦੇ, ਸਭਨਾਂ ਦੀ ਪੱਤ ਇੱਜ਼ਤ ਬਚਾਉਂਦੇ ਹਨ ਸਿੱਖ। ਔਰ ਉਹਨਾਂ ਦੇ ਵੱਲ ਹੀ ਹਮੇਸ਼ਾ ਜ਼ੁਲਮ ਜਿਹੜਾ ਹੈ ਕੀਤਾ ਜਾਂਦਾ ਹੈ। ਜ਼ੁਲਮ ਦੀ ਉਂਗਲ ਜਿਹੜੀ ਹੈ ਹਮੇਸ਼ਾ ਸਿੱਖਾਂ ਦੇ ਵੱਲ ਕੀਤੀ ਜਾਂਦੀ। ਭਾਈ ਨੰਦ ਲਾਲ ਸਾਹਿਬ ਜੀ ਜਿਨ੍ਹਾਂ ਦੇ ਪਰਥਾਏ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਨੇ ਇਹ ਬਖਸ਼ਿਸ਼ਾਂ ਕੀਤੀਆਂ। ਔਰ ਸਤਿਗੁਰੂ ਜੀ ਕਹਿਣ ਲੱਗੇ ਇਹ ਤੁਹਾਡੀ ਜਿਹੜੀ ਬਾਣੀ ਹੈ ਜੀਵਨ ਦੇ ਵਾਸਤੇ ਉਪਦੇਸ਼ ਹੈ, ਜੀਵਨ ਨੂੰ ਸਹੀ ਸੇਧ ਦੇਣ ਵਾਲੀ ਹੈ, ਮਨ ਦੀ ਜਿਹੜੀ ਕਾਲਖ ਹੈ ਇਹ ਬਾਣੀ ਧੋਣ ਵਾਲੀ। ਭਾਈ ਨੰਦ ਲਾਲ ਜੀ ਕਹਿੰਦੇ ਮਹਾਰਾਜ ਮੈਂ ਤਾਂ ਇੱਕ ਥੋੜ੍ਹੀ ਜਿਹੀ ਇੱਕ ਬੂੰਦ ਲਈ ਹੈ ਸਮੁੰਦਰ ਦੇ ਵਿੱਚੋਂ, ਇਸ ਬੂੰਦ ਦੇ ਦੁਆਰਾ ਮੈਂ ਆਪ ਜੀ ਦੀ ਉਪਮਾ ਕੀਤੀ। ਔਰ ਇਹ ਉਪਮਾ ਜਿਹੜੀ ਹੈ ਗੁਰਸਿੱਖਾਂ ਦੇ ਮਨਾਂ ਦੀ ਕਾਲਖ ਨੂੰ ਧੋਣ ਦੀ ਸਮਰੱਥਾ ਰੱਖਦੀ ਹੈ। ਲਹਿ ਨ ਪਾਰ ਜਥਾ ਮਤ ਰਵੇ,
ਔਰ ਜਿਨ੍ਹਾਂ ਨੇ ਮਨ ਕਰਕੇ ਇਸ ਬਾਣੀ ਨੂੰ ਪੜ੍ਹਨਾ ਹੈ, ਇਸ ਰਚਨਾ ਨੂੰ ਪੜ੍ਹਨਾ ਹੈ, ਉਹਨਾਂ ਨੂੰ ਉਚੇਰੀ ਵਿੱਦਿਆ ਪ੍ਰਾਪਤ ਹੋਏਗੀ। ਦੀਨ ਬੰਦ ਨਿਜ ਬਿਰਦ ਸੰਭਾਰਹੁ। ਇਹ ਦੀਨਾ ਬੰਧੂ ਦਾਤਾ ਜੀ, ਦੀਨਾਂ ਦੇ ਆਸਰਾ ਮਹਾਰਾਜ ਆਪਣੇ ਬਿਰਦ ਦੀ ਸੰਭਾਲ ਕਰੋ। ਹਮਸੇ ਅਦਮ ਜੀਵ ਕੋ ਤਾਰਹੁ। ਸਤਿਗੁਰੂ ਜੀ ਸਾਡੇ ਵਰਗੇ ਜੀਵਾਂ ਨੂੰ ਭਵ ਸਾਗਰ ਤੋਂ ਤਾਰ ਨਾ ਕਰੋ। ਸੁਨ ਸ੍ਰੀ ਸਤਿਗੁਰ ਕਿਰਪਾ ਨਿਧਾਨ। ਸੁਣ ਕੇ ਸਤਿਗੁਰੂ ਜੀ ਕਿਰਪਾ ਦੇ ਘਰ, ਕਿਰਪਾ ਦੇ ਖਜ਼ਾਨੇ ਮਹਾਰਾਜ। ਬਹੁਤ ਪ੍ਰਸੰਨ ਹੋਏ ਕਰਤ ਬਖਾਨ। ਬਹੁਤ ਪ੍ਰਸੰਨ ਹੋ ਕਰਕੇ ਮਹਾਰਾਜ ਜੀ ਫਿਰ ਮੁਖਾਰ ਬਿੰਦ ਤੋਂ ਬਚਨ ਕਰਦੇ ਹਨ। ਰਚਿਓ ਪੰਥ ਕੀ ਨਾਮਾ ਜੋਏ। ਭਾਈ ਨੰਦ ਲਾਲ ਜੀ, ਤੁਸੀਂ ਜੋ ਬੰਦਗੀ ਨਾਮਾ ਰਚਨਾ ਕੀਤੀ ਹੈ, ਆਹੇ ਜ਼ਿੰਦਗੀ ਨਾਮਾ ਸੋਏ। ਇਹ ਬੰਦਗੀ ਨਾਮਾ ਜ਼ਿੰਦਗੀ ਨਾਮਾ ਹੈ। ਕਰਿਓ ਸਰਾਹਨ ਨੀਕੇ ਬਣਿਓ। ਮਹਾਰਾਜਿਆਂ ਨੇ ਬੜੀ ਸਲਾਹਨਾ ਕੀਤੀ। ਇਹ ਬਹੁਤ ਸੁੰਦਰ ਪੁਸਤਕ ਤੁਸੀਂ ਤਿਆਰ ਕੀਤੀ ਹੈ। ਪਠਤ ਸੁਣਤ ਹਿਤਦਾਇਕ ਭਣਿਓ। ਜਿਹੜਾ ਪੜ੍ਹੇਗਾ ਸੁਣੇਗਾ ਮਨ ਦੇ ਵਿੱਚ ਪ੍ਰੇਮ ਪੈਦਾ ਹੋਏਗਾ। ਮੀਰਤ ਰੋਗਾ ਸੈਯਦ ਸਾਹਿਬ। ਔਰ ਮੀਰ ਦਰੋਗਾ ਸੈਯਦ ਜਿਹੜਾ ਭਾਈ ਸਾਹਿਬ ਜੀ ਦੇ ਨਾਲ ਚੱਲ ਕਰਕੇ ਆਇਆ ਹੈ। ਨੰਦ ਲਾਲ ਕੋ ਸਿੱਖ ਅਜਾਇਬ। ਭਾਈ ਨੰਦ ਲਾਲ ਸਾਹਿਬ ਜੀ ਦਾ ਜੋ ਸਿੱਖ ਹੈ, 1500 ਮੋਹਰ ਤਰ ਆਗੇ। 1500 ਮੋਹਰ ਮਹਾਰਾਜਿਆਂ ਦੇ ਚਰਨਾਂ 'ਚ ਰੱਖੀ ਹੈ। ਕਲਗੀ ਧਰ ਕੀ ਚਰਨੀ ਲਾਗੇ। ਔਰ ਮਹਾਰਾਜਿਆਂ ਦੇ ਚਰਨਾਂ ਤੇ ਮੱਥਾ ਟੇਕਿਆ ਹੈ। ਮਹਾ ਪ੍ਰੇਮ ਤੇ ਜਲ ਭਰ ਨੈਣ। ਬੜਾ ਪ੍ਰੇਮ ਹੈ ਹਿਰਦੇ ਅੰਦਰ, ਨੇਤਰ ਜਲ ਦੇ ਨਾਲ ਭਰ ਆਏ ਹਨ। ਮੁਖ ਤੇ ਨੈਣਿਕ ਸਤ ਕਛ ਬੈਨ। ਗਲ ਜਿਹੜਾ ਹੈ ਭਰ ਗਿਆ ਪ੍ਰੇਮ ਦੇ ਨਾਲ, ਵੈਰਾਗ ਦੇ ਨਾਲ। ਹੁਣ ਮੁਖ ਤੋਂ ਕੋਈ ਬਚਨ ਬੋਲ ਨਹੀਂ ਹੁੰਦਾ। ਦਰਸ਼ਨ ਕਰਤ ਅਮੀ ਜਨ ਪੀਵਤ। ਔਰ ਦਰਸ਼ਨ ਕਰਦਿਆਂ ਮਨ ਨੂੰ ਨੇਤਰਾਂ ਦੇ ਦੁਆਰਾ ਨੇਤਰ ਡੋਨੇ ਬਣਾ ਕਰਕੇ ਮਹਾਰਾਜਿਆਂ ਦੇ ਦਰਸ਼ਨਾਂ ਦਾ ਜਲ ਪੀ ਰਹੇ ਹਨ। ਲੋਚਨ ਡੋਨੇ ਕਰ ਥਿਰ ਥੀਵਤ। ਨੇਤਰਾਂ ਦੇ ਡੋਨੇ ਬਣਾਏ ਹੋਏ ਹਨ, ਟਿਕ ਕਰਕੇ ਮਨ ਕਰਕੇ ਮਹਾਰਾਜਿਆਂ ਦੇ ਦੀਦਾਰ ਕਰਦੇ ਹਨ। ਭਇਓ ਮਗਨ ਮਨ ਦੇਖਤ ਚਹਿ ਰਹਿਓ। ਇੰਨਾ ਮਗਨ ਹੋਇਆ ਹੈ ਮਨ, ਗੁਰੂ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਹਨ। ਲਕਹਿ ਕੇ ਤਨ ਖੁਦਾਏ ਮੈਂ ਲਹਿਓ। ਔਰ ਇਹੀ ਜਾਣਦੇ ਕਿ ਖੁਦਾ ਦਾ ਤਨ, ਖੁਦਾ ਦਾ ਸਵਰੂਪ ਸਾਡੇ ਸਾਹਮਣੇ, ਜਿਨ੍ਹਾਂ ਦੇ ਅਸੀਂ ਦਰਸ਼ਨ ਕਰ ਰਹੇ ਹਾਂ। ਦਸ਼ਾ ਦੇਖ ਕਰ ਪਰਮ ਕਿਰਪਾਲ। ਪਰਮ ਕਿਰਪਾਲੂ ਸਤਿਗੁਰੂ ਜੀ ਆਪਣੇ ਪਿਆਰਿਆਂ ਦੀ ਦਸ਼ਾ ਦੇਖਦਿਆਂ ਹੋਇਆਂ ਬੋਲੇ ਮੁਸਕਾਵਤ ਤਿਸ ਕਾਲ। ਮੁਸਕਰਾਉਂਦਿਆਂ ਹੋਇਆਂ ਸਤਿਗੁਰੂ ਜੀ ਬਚਨ ਕਰਦੇ ਹਨ। ਬੈਠੋ ਨਿਕਟ ਕਹੋ ਨਿਜ ਬਾਤੀ। ਸਾਡੇ ਪਾਸ ਬੈਠਣਾ ਕਰੋ, ਕਿਉਂਕਿ ਇਹੀ ਭਾਵਨਾ ਸੀ। ਸਤਿਗੁਰੂ ਉਹ ਹੈ ਜਿਹੜਾ ਆਪਣੇ ਸਿੱਖ ਦੇ ਹਿਰਦੇ ਦੀ ਜਾਣ ਲੈਂਦਾ ਹੈ। ਅਸੀਂ ਭਾਵਨਾ ਬਣਾ ਕੇ ਆਉਂਦੇ ਆ, ਸਾਡੇ ਮਨ ਦੀ ਕਈ ਤਰ੍ਹਾਂ ਦੀ ਭਾਵਨਾ ਹੁੰਦੀ, ਫਿਰ ਆ ਕਰਕੇ ਦੱਸਾਂਗੇ, ਬਿਆਨ ਕਰਾਂਗੇ, ਕਿਉਂਕਿ ਸਤਿਗੁਰੂ ਅੱਗੇ ਦੱਸਣ ਦੀ ਲੋੜ ਨਹੀਂ। ਭਾਈ ਨੰਦ ਲਾਲ ਸਾਹਿਬ ਔਰ ਦਰੋਗਾ ਜੀ ਮਨ ਦੇ ਵਿੱਚ ਵਿਚਾਰ ਕਰਦੇ ਆਉਂਦੇ ਸੀ ਕਿ ਸਤਿਗੁਰਾਂ ਦੇ ਪਾਸ ਬੈਠਾਂਗੇ, ਮਹਾਰਾਜਿਆਂ ਦੇ ਨਾਲ ਬਚਨ ਕਰਾਂਗੇ। ਸਤਿਗੁਰਾਂ ਨੇ ਇਹਨਾਂ ਦੇ ਹਿਰਦੇ ਦੀ ਭਾਵਨਾ ਜਿਹੜੀ ਸੀ ਉਹ ਪੂਰੀ ਕੀਤੀ, ਕਿਉਂਕਿ ਅੰਤਰਜਾਮੀ ਆ ਸਤਿਗੁਰੂ, ਉਹਨਾਂ ਦੇ ਹਿਰਦੇ ਦੀ ਜਾਣਦਾ। ਮਹਾਰਾਜਿਆਂ ਨੇ ਉਸੇ ਤਰ੍ਹਾਂ ਉਹਨਾਂ ਦੀ ਭਾਵਨਾ ਪੂਰੀ ਕਰਦਿਆਂ ਕੋਲ ਬਿਠਾਇਆ। ਕਹਿਣ ਲੱਗੇ ਸਾਡੇ ਕੋਲ ਬੈਠੋ ਔਰ ਬਚਨ ਬਿਲਾਸ ਕਰਾਂਗੇ। ਕਿਸ ਕੋ ਤੂੰ ਮੁਰੀਦ ਬਖਿਆਤੀ। ਜਿਨ੍ਹਾਂ ਨੂੰ ਤੁਸੀਂ ਆਪਣਾ ਮੁਰੀਦ ਕਹਿੰਦੇ ਹੋ। ਕਿਸ ਮੁਰਸ਼ਿਦ ਕੇ ਹੈ ਅਨਸਾਰੀ।
ਔਰ ਕਿਹਨਾਂ ਦੇ ਤੁਸੀਂ ਅਨੁਸਾਰੀ ਹੋ, ਜਿਹੜੇ ਤੁਹਾਡੇ ਗੁਰੂ ਹਨ, ਜਿਵੇਂ ਤੁਸੀਂ ਉਹਨਾਂ ਦੇ ਅਨੁਸਾਰੀ ਹੋ। ਜਿਸ ਤੇ ਚਾਹਤ ਭਲੋ ਅਗਾਰੀ। ਔਰ ਇਹਦੇ ਤੋਂ ਅੱਗੇ ਤੁਹਾਡੀ ਜੋ ਚਾਹਤ ਹੈ, ਜੋ ਤੁਹਾਡੀ ਇੱਛਾ ਹੈ। ਸੁਨ ਸਈਅਤ ਬੋਲਿਓ ਤਿਸ ਬੇਰਾ। ਦਰੋਗਾ ਉਸ ਵੇਲੇ ਫਿਰ ਕਹਿਣ ਲੱਗਿਆ, ਨੰਦ ਲਾਲ ਹੈ ਇਹੋ ਗੁਰ ਮੇਰਾ। ਸਤਿਗੁਰੂ ਜੀ ਭਾਈ ਨੰਦ ਲਾਲ ਜੀ ਮੇਰੇ ਗੁਰੂ ਹਨ। ਸਿੱਖ ਮੈਂ ਬਣਿਓ ਲਿਓ ਉਪਦੇਸ਼। ਸਤਿਗੁਰੂ ਜੀ ਮੈਂ ਇਹਨਾਂ ਦਾ ਸਿੱਖ ਬਣਿਆ ਔਰ ਇਹਨਾਂ ਦੇ ਪਾਸੋਂ ਮੈਂ ਉਪਦੇਸ਼ ਲਿਆ ਹੈ। ਜਿਸ ਤੇ ਹਤੇ ਕਲੇਸ਼ ਅਸ਼ੇਸ਼। ਔਰ ਜਿਨ੍ਹਾਂ ਦੇ ਉਪਦੇਸ਼ ਦੁਆਰਾ ਮੇਰੇ ਅਨੇਕਾਂ ਹੀ ਕਲੇਸ਼ ਦੂਰ ਹੋਏ ਹਨ। ਆਲਮ ਸਿੰਘ ਨਚਨਾ ਜਿਸ ਕਹੈ। ਭਾਈ ਆਲਮ ਸਿੰਘ ਜੀ ਜਿਹਨੂੰ ਨੱਚਣਾ ਕਿਹਾ ਜਾਂਦਾ ਹੈ, ਭਾਈ ਆਲਮ ਸਿੰਘ ਨੱਚਣਾ ਕਰਕੇ ਮਸ਼ਹੂਰ ਹਨ, ਗੁਰੂ ਕੇ ਪਿਆਰੇ ਸਿੱਖ ਹਨ। ਤਬੈ ਸਮੀਪ ਗੁਰੂ ਕੇ ਆਹੈ। ਸਤਿਗੁਰਾਂ ਦੇ ਕੋਲ ਹੀ ਬੈਠੇ ਹਨ ਭਾਈ ਆਲਮ ਸਿੰਘ ਜੀ। ਸੁਨ ਕਰ ਤਰਕ ਕਰਤ ਸੋ ਬੋਲਾ। ਭਾਈ ਆਲਮ ਸਿੰਘ ਦੇ ਮਨ ਵਿੱਚ ਤਰਕ ਆਇਆ ਵੀ ਦਰੋਗਾ ਇੱਕ ਪਾਸੇ ਗੁਰੂ ਜੀ ਨੂੰ ਮੱਥਾ ਟੇਕੀ ਜਾਂਦਾ ਹੈ ਔਰ ਇੱਕ ਪਾਸੇ ਕਹਿੰਦਾ ਵੀ ਮੈਂ ਤਾਂ ਭਾਈ ਨੰਦ ਲਾਲ ਜੀ ਦਾ ਸਿੱਖ ਹਾਂ। ਇਹਦੇ ਮਨ ਦੇ ਵਿੱਚ ਇਉਂ ਤਰਕ ਆਇਆ ਹੈ। ਐਸੋ ਬਾਕ ਨ ਕਹੀਐ ਹੌਲਾ। ਔਰ ਭਾਈ ਆਲਮ ਸਿੰਘ ਜੀ ਕਹਿੰਦੇ ਦਰੋਗਾ ਜੀ ਇਹੋ ਜਿਹਾ ਹੌਲਾ ਜਿਹਾ ਬਚਨ ਨਾ ਕਰਨਾ ਕਰੋ। ਤੀਨ ਲੋਕ ਪਤ ਗੁਰ ਵਿਦਮਾਨੋ। ਤਿੰਨਾਂ ਲੋਕਾਂ ਦੇ ਪਤੀ ਸਤਿਗੁਰੂ ਜੀ ਹਨ। ਸਿੱਖਿਓ ਨ ਕੋ ਤੁਮ ਗੁਰੂ ਬਖਾਨੋ। ਔਰ ਇਹਨਾਂ ਦੇ ਸਿੱਖਾਂ ਨੂੰ ਤੁਸੀਂ ਗੁਰੂ ਕਹਿ ਰਹੇ ਹੋ। ਕਹਿਨ ਹਜੂਰ ਨੇ ਇਹੋ ਅਧਿਕਾਰ। ਔਰ ਇਹ ਕੇਵਲ ਅਧਿਕਾਰ ਤਾਂ ਸਤਿਗੁਰੂ ਜੀ ਨੂੰ ਹੈ। ਉਚਰਨ ਕੀਜੈ ਹਿਰਦੈ ਵਿਚਾਰ। ਔਰ ਜੋ ਤੁਸੀਂ ਕਿਹਾ ਹੈ ਮਨ ਵਿੱਚ ਵਿਚਾਰ ਕਰਨਾ ਕਰੋ। ਸੁਨ ਸਈਅਦ ਤੂਸ਼ਨ ਹੋਏ ਰਹਿਓ। ਦਰੋਗਾ ਜੀ ਸੁਣ ਕੇ ਚੁੱਪ ਕਰ ਗਏ। ਸ੍ਰੀ ਸਤਿਗੁਰ ਤਿਸ ਕੋ ਮਨ ਲਹਿਓ। ਸਤਿਗੁਰੂ ਜੀ ਫਿਰ ਮਨ ਦੇ ਵਿੱਚ ਵਿਚਾਰ ਕਰਦਿਆਂ ਹੋਇਆਂ, ਜਿਵੇਂ ਭਾਈ ਆਲਮ ਸਿੰਘ ਔਰ ਦਰੋਗਾ ਜੀ ਭਾਈ ਨੰਦ ਲਾਲ ਸਾਹਿਬ ਜੀ ਕੋਲ ਬੈਠੇ ਮਹਾਰਾਜਿਆਂ ਦੇ, ਸਤਿਗੁਰੂ ਜੀ ਆਪਣੇ ਗੁਰਸਿੱਖਾਂ ਦੇ ਸ਼ੰਕਿਆਂ ਦੀ ਨਿਵਰਤੀ ਜਿਵੇਂ ਕਰਦੇ, ਕੱਲ ਦੇ ਪ੍ਰਕਰਣ ਵਿੱਚ ਆਪਾਂ ਸਰਵਣ ਕਰਾਂਗੇ। ਮਹਾਨ ਉੱਤਮ ਜਸ ਜੋ ਸਰਵਣ ਕੀਤਾ ਹੈ ਮਨ ਵਿੱਚ ਵਸਾਈਏ, ਹਿਰਦੇ ਅੰਦਰ ਧਾਰਨ ਕਰੀਏ। ਸਤਿਗੁਰੂ ਦੀ ਰਹਿਮਤ ਕਰਨ, ਸਭਨਾਂ ਦੇ ਲੋਕ ਸੁਖੀ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੈ ਮੇਲੇ, ਹੋਈਆਂ ਫੁੱਲਾਂ ਦੀ ਖਿਮਾ ਜੀ। ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ। ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ। ਆਪਣਾ ਨਾਮ ਦੇਵੋ, ਆਪਣਾ ਨਾਮ ਦੇਵੋ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਗੁਣ ਗਾਵਾ ਦਿਨ ਰਾਤ, ਗੁਣ ਗਾਵਾ ਦਿਨ ਰਾਤ। ਨਾਨਕ ਚਾਹੋਏ ਹੋ, ਨਾਨਕ ਚਾਹੋਏ ਹੋ। ਨਾਨਕ ਚਾਹੋਏ ਹੋ, ਨਾਨਕ ਚਾਹੋਏ ਹੋ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। 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 ਸਤਨਾਮ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਹੇ ਅਚੁੱਤ ਹੈ ਪਾਰ ਬ੍ਰਹਮ ਅਵਿਨਾਸੀ ਅਗਨਾਸ ਹੇ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣਤਾਸ ਹੇ ਸੰਗੀ ਹੈ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੈ ਗੁਣ ਨਿਧਾਨ ਜਾ ਕੈ ਸਦਾ ਬਵੇਕ ਹੇ ਅਪਰੰਪਰ ਹਰ ਹਰੇ ਹੈ ਕੀ ਹੋਵਨ ਹਾਰ ਹੇ ਸੰਤਾਂ ਕੈ ਸਦਾ ਸੰਗ ਤਾਰਾ ਆਧਾਰ ਹੇ ਠਾਕੁਰ ਹਉ ਦਾਸਰੋ ਹੈ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀਜੈ ਨਾਮ ਦਾਨ ਰੱਖੋ ਹੀਐ ਪਰੋਇ ਆਏ ਪ੍ਰਭ ਸ਼ਰਨਾਗਤੀ ਨਿਤ ਦਇਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਸੁਤਰੇ ਪਾਰ ਜੋ ਸ਼ਰਧਾ ਕਰ ਸੇਵੰਦੇ ਪਾਰ ਉਤਾਰਨ ਹਾਰ ਸਗਲ ਦੁਆਰ ਕਉ ਛਾੜ ਕੈ ਤੁਹਾਰੋ ਦਵਾਰ ਵਾਹਿ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦੁਆਰ ਕਉ ਛਾੜ ਕੈ ਤੁਹਾਰੋ ਦਵਾਰ ਵਾਹਿ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।